खन्ना तकरीबन दोस्तों ਅਸੀਂ ਲਾਈਵ ਹੁੰਨੇ ਆ ਜੀ ਫॉर ਦਾ ਸੋਸ਼ਲ ਕਾਜ਼ ਹੀ ਹੁੰਦਾ ਜੀ ਹਮੇਸ਼ਾ ਸਾਡਾ ਲਾਈਵ ਹੁੰਦਾ ਪਰਪਸ ਹੈ ਜਿਹੜਾ ਔਰ ਉਹ ਵੀ ਜਿਹੜੇ ਮਸਲੇ ਜਿਹੜੇ ਬੜੇ ਗੰਭੀਰ ਮਸਲੇ ਹੁੰਦੇ ਆ ਔਰ ਅੱਜ ਮੇਰਾ ਲਾਈਵ ਹੋਣ ਦਾ ਪਰਪਸ ਇੱਕ ਖਾਸ ਹੈ ਜੀ ਬਿਕੋਜ਼ ਕੀ ਹੈ ਜੀ ਸਾਡੇ ਜਿਵੇਂ ਅਸੀਂ ਜਿਸ ਅਦਾਰੇ ਤੇ ਅਸੀਂ ਹੈਗੇ ਆ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਮੈਂਬਰ ਹੈਗੇ ਆ ਉੱਥੇ ਹੁਣ ਇਲੈਕਸ਼ਨ ਆਉਣ ਵਾਲੇ ਆ ਜੀ ਅਗਲੇ ਦਸੰਬਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਅੱਜ मैं स्पेशल आया जी न्यू ਕੰਪਲੈਕਸ ਚੈਂਬਰ हैगा जी साडा और मैं अपने सीनियर ਜਿਹੜੇ ਸਾਡੇ ਐਡਵੋਕੇਟ ਸਾਹਿਬ ਹੈ श्री ਸੁਖਵਿੰਦਰ ਸਿੰਘ ਭਾਟੀਆ जी ਉਹ ਕਾਫੀ ਦੇਰ ਤੋਂ ਦੇਖੋ ਇਲੈਕਸ਼ਨ ਦੇ ਪ੍ਰਤੀ ਉਹਨਾਂ ਦਾ ਜਿਹੜਾ ਇੱਕ ਏਜੰਡਾ ਹੈ ਕਿ ਰਿਫਾਰਮ ਆਉਣਾ ਚਾਹੀਦਾ ਇਲੈਕਸ਼ਨ ਦੇ ਵਿੱਚ ਯਾਨੀ ਜਿੰਨੀਆਂ ਵੀ ਕੋਈ ਪਿੱਛੇ ਜੇ ਵੋਟਿੰਗ ਜਦੋਂ ਹੁੰਦੀਆਂ ਵਾ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਪ੍ਰੋਬਲਮਸ ਕ੍ਰੀਏਟ ਹੁੰਦੀ ਹੈ ਯਾਨੀ ਕਹਿ ਲਓ ਆਪਾਂ ਕਿ ਵੋਟ ਗਲਤ ਵੋਟ ਪੈਂਦੀਆਂ ਜਾਂ ਕੁਛ ਨਾ ਕੁਛ ਮੀਨਸ ਰਹਿ ਜਾਂਦਾ ਲਕੂਲਾ ਜਿਹਦੇ ਵਿੱਚ ਕਹਿ ਲਓ ਕਿ ਜਿਹੜਾ ਵੋਟਿੰਗ ਦਾ ਸਿਸਟਮ ਜਿਹੜਾ ਹੈਗਾ ਉਹ ਐਟ ਪਾਰ ਨਹੀਂ ਹੁੰਦਾ ਜੀ ਤੇ ਮੈਂ ਭਾਟੀ ਸਾਹਿਬ ਅੱਜ ਅਸੀਂ ਲਾਈਵ ਆ ਜੀ ਮੈਂ ਪਹਿਲਾਂ ਤੁਹਾਨੂੰ ਥੈਂਕਸ ਕਰਦਾ ਜੀ ਜੇ ਆਪਾਂ ਟਾਈਮ ਤੁਸੀਂ ਦਿੱਤਾ ਜੀ ਸਾਨੂੰ ਤੇ ਮੇਰਾ ਅੱਜ ਦਾ ਇੱਕ ਛੋਟਾ ਜਿਹਾ ਸਵਾਲ ਹੈ ਤੁਹਾਡੇ ਕੋਲ ਸਪੈਸ਼ਲ ਆਉਣ ਦਾ ਪਰਪਸ ਹੈ ਜੀ ਜਿਹੜੇ ਇਲੈਕਸ਼ਨਸ ਦਾ ਜਿਹੜੀ ਹਰ ਸਾਲ में ਇਲੈਕਸ਼ਨ ਹੁੰਦੇ ਇਸ ਵਾਰੀ ਨੋਟੀਫਿਕੇਸ਼ਨ ਬਾਰ ਕਾਉਂਸਿਲ ਆਫ ਜਿਹੜੀ ਸਾਡੀ ਪੰਜਾਬ ਹਰਿਆਣਾ ਨੇ ਕੱਢਤਾ ਜੀ ਠੀਕ ਹੈ ਜੀ 15 ਦਿਨ ਹੋ ਗਏ ਜੀ ਕੱਢਿਆ ਆਲਰੇਡੀ ਉਹਨਾਂ ਨੇ ਸ਼ਡਿਊਲ ਪ੍ਰੋਪਰ ਬਣਾਤਾ ਵਾ और तुसी इलैक्शन के प्रति एक पहला भी थोड़ी एक कंप्लेंट भी फाइल हुई है जी यू अनसक्सेसफुली कंटेस्टेड द इलैक्शन 2018 की गल है शायद वो ठीक है सर 2020 की सॉरी हाँ तो मैं सर बिकॉज थोड़ा हम काफ़ी होल्ड हो गया जी तुसी काफ़ी देर तो अपना कीमती समय इलैक्शन के प्रति लाया जी तो मैं चाहूँगा थोड़ा जिहा तुसी अपने जिहड़े साडे व्यूअर्स भी जिहड़े साडे दोज हू आर पोटेंशियल वोटर्स ਜਿਹੜੇ ਸਾਡੇ ਵੋਟਸ ਪਾਉਂਦੇ ਸਾਡੀ ਬਾਰ ਨੂੰ ਜਿਹੜੇ ਵੋਟ ਪਾ ਕੇ ਦੇਖੋ ਸਾਡੀ ਨਵੀਂ ਕਮੇਟੀ ਬਣਦੀ ਉਹਦੇ ਬਾਰੇ ਮੈਂ ਕਹੂੰਗਾ ਥੋੜਾ ਜਿਹਾ ਤੁਸੀਂ ਜ਼ਰੂਰ ਦੱਸੋ ਪਹਿਲਾਂ ਤਾਂ ਮੈਂ ਯੋਗੇਸ਼ ਜੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਮੇਰੇ ਕੋਲ ਆਏ ਹੋ ਤੇ ਮੈਨੇ ਤੋਂ ਤੁਸੀਂ ਇਹ ਜਾਣਕਾਰੀ ਲੈਣੀ ਠੀਕ ਸਮਝੀ ਹੈ। ਇਹ ਜਾਣਕਾਰੀ ਮੈਂ ਆਪਣੇ ਡਾਕੂਮੈਂਟਸ ਦੇ ਆਧਾਰ ਦੇ ਉੱਤੇ ਇਹ ਆਪਾਂ ਆਪਣੇ ਬਾਰ ਮੈਂਬਰਸ ਨੂੰ ਔਰ ਆਪਣੇ ਵੋਟਰਸ ਨੂੰ ਇਹ ਦੇ ਰਹੇ ਹਾਂ ਕਿਉਂਕਿ ਮੈਂ ਦੇਖਿਆ ਵੀ ਕਾਫੀ ਪਿਛੇ ਸਾਲਾਂ ਤੋਂ ਪਿਛਲੇ ਕਈ ਸਾਲਾਂ ਤੋਂ ਜਿਹੜੀ ਸਾਡੀ ਇਲੈਕਸ਼ਨ ਹੈ ਉਹ ਫੇਅਰ ਤੇ ਟਰਾਂਸਪੇਰੈਂਟ ਨਹੀਂ ਹੋ ਰਹੀ ਸੀ। क्यों नहीं हो रही सी क्योंकि कुछ तो वोटर अवेयर नहीं सीगे और कुछ साडे रूल एंड रेगूलेशन जो बार कौंसल ने फ्रेम कीते सी एज पर रूल जड़ियां इलैक्शन नहीं हो रही वो फॉलो नहीं हो रहा सीगा जिस करके मैं पिछली 2019-20 ਦੇ ਵਿੱਚ मैं बतौर सैकटरी इलैक्शन कंटेस्ट कीती सी ओके और ਜਿਹਦੇ ਵਿੱਚ ਕਾਫੀ ਕੁਝ ਜਿਹੜੀਆਂ रूल एंड रेगूलेशन ਨੂੰ ਫੋਲੋ ਨਾ ਕੀਤਾ ਗਿਆ और बजाय ਉਹਨੂੰ ਪ੍ਰੋਪਰ ਸਹੀ ਕੰਡਕਟ ਕਰਾਉਣ ਦੀ ਬਜਾਏ इन्होंने कुछ माल प्रैक्टिस हुई ओके जिस वजह करके मैं एक इलैक्शन पटीशन अपनी बार कौंसल पंजाब एंड हरियाणा च लगाई 2019-20 दी है ओके जी जेडी भी हजे भी वो स्टिल जेडी वो पेंडिंग हैगी ओके प्रोसेस और वो बार कौंसल ऑफ दिल्ली दे कोले वो पेंडिंग हैगी है ओके जी ਤੇ ਉਹਦੇ ਚ ਕੁਝ ਇਲੀਗੈਲਿਟੀਜ਼ ਹੋਣ ਕਰਕੇ ਉਹ ਜਿਹੜੀ ਟ੍ਰਾਂਸਫਰ ਉੱਥੇ ਬਾਰ ਕੌਂਸਲ ਆਫ ਦਿੱਲੀ ਦੇ ਵਿੱਚ ਉਹ ਟ੍ਰਾਂਸਫਰ ਹੋ ਗਈ ਇਹ 3 ਸਾਲ ਹੋ ਗਏ ਤੁਸੀਂ ਪ੍ਰੋਪਰ ਫੋਲੋ ਕਰ ਰਹੇ ਹੋ ਜੀ बिल्कुल मैं जी है जी अपनी इलैक्शन पटीशन भी प्रॉपर फॉलो कर रहा तो और मैं कोशिश कर रहा भी जोड़े रूल बार कौंसल ने फ्रेम किए है और जो भी कोई इलैक्शन होती है उन्होंने फॉलो जरूर किया जाए। क्या ऐसी सीगा जिहड़ा तुहानूं लग्गिया कि तुहानूं जी अपनी जिहड़ी हक की लड़ाई वास्ते बार कौंसल कोल जाना पिया जी पटीशन फाइल करनी पई रिगार्डिंग द इलैक्शन वो इस करके फाइल करनी पई क्योंकि जिहड़ी प्रोसीजर सीगा जो इत्थे आरओ या ऑबजर्वर जिहड़े उहनूं फॉलो नहीं कर रहे सी रूल नूं ते उन्हां रूलां नूं क्लीन हैंड ही उन्होंने क्लीयर ही कर दिता भी बिल्कुल ही बाईपास करके इन्होंने जिहड़ी इलैक्शन जिहड़ी 2019-20 कंडक्ट कराई सी। इसका मतलब जिहड़ी पहला इलैक्शन होई जी 2019-20 तो लैके जब 10 साल दा ਆਪਾਂ ਸਿਰਫ ਆਪਾਂ 2011 ਤੋਂ ਇੱਕ ਟੀਚਾ ਮਿਥ ਲੈਨੇ ਜੀ 2011 ਤੋਂ ਲੈ ਕੇ 19 ਤੱਕ ਕੋਈ ਇਲੈਕਸ਼ਨ ਕਿਆ ਆਰਓ ਦੀ ਜਿੰਨੇ ਵੀ ਆਰਓ ਸੀ ਉਹ ਸਹੀ ਉੱਤੇ ਕੀਤੇ ਗਏ ਕਿ ਉਹਦੇ ਵਿੱਚ ਮਾਲ ਪ੍ਰੈਕਟਿਸ ਹੈ ਰੋਂਗ ਪ੍ਰੋਸੀਜਰ ਫੋਲੋ ਕੀਤਾ ਗਿਆ ਸਿੰਸ ਫਰਮ ਦੀ ਸ਼ੁਰੂ ਤੋਂ ਹੀ ਸਿੰਸ ਫਰਮ ਦੀ ਬਿਗਨਿੰਗ ਕਿਉਂਕਿ ਰੂਲ ਜਿਹੜੇ ਫਰੇਮ ਹੋਇਆ ਇਹ 2014 2015 ਦੇ ਵਿੱਚ ਫਰੇਮ ਹੋਏ ਸੀ। ਓਕੇ ਜੀ ਇਹ ਵੀ ਤਾਂ ਰੂਲ ਕਿਹੜੀ ਸੰਸਥਾ ਨੇ ਕੀਤੀ ਜੀ ਬਾਹਰ ਤੋਂ ਪੰਜਾਬ ਹਰਿਆਣਾ ਕਿ ਬਾਹਰ ਤੋਂ ਇੰਡੀਆ ਨੇ ਇਹ ਰੂਲ ਵੀ ਫਰੇਮ ਉਦੋਂ ਕਰਨ ਦੀ ਲੋੜ ਪਈ ਕਿਉਂਕਿ ਮਾਲ ਪ੍ਰੈਕਟਿਸ ਹੁੰਦੀ ਸੀ ਹਰ ਜਿਹੜੀ ਐਸੋਸੀਏਸ਼ਨ ਸੀ ਆਪਣੇ ਅਕੋਰਡਿੰਗਲੀ ਇਲੈਕਸ਼ਨ ਕਰਾ ਰਹੀ ਸੀ। ਓਕੇ ਔਰ ਜਿਹਦੀ ਲਿਟੀਗੇਸ਼ਨ ਬਾਰ-ਬਾਰ ਹਾਈ ਕੋਰਟ ਕੋਲੇ ਜਾ ਰਹੀ ਸੀ। ਓਕੇ ਜੀ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਇਨ ਦਾ ਈਅਰ 2014-15 ਦੇ ਵਿੱਚ ਸ੍ਰੀ ਸੂਰਿਆਕਾਂਤ ਜੀ ਨੇ ਇਹਨਾਂ ਨੂੰ ਡਾਇਰੈਕਸ਼ਨ ਕੀਤੀ ਸੀ ਵੀ ਰੂਲ ਤੁਸੀਂ ਇੱਕ ਫਰੇਮ ਕਰੋ
ਔਰ ਜਿਹਦੇ ਬੇਸ ਦੇ ਉੱਤੇ ਤੁਹਾਡੇ ਪੰਜਾਬ ਤੇ ਹਰਿਆਣੇ ਦੇ ਵਿੱਚ ਜਿਹੜੀ ਹੈ ਇਲੈਕਸ਼ਨ ਜਿਹੜੀ ਹੈ ਟ੍ਰਾਂਸਪੇਰੈਂਟ ਹੋ ਮੇਰਾ ਇੱਕ ਸਵਾਲ ਹੈ ਜੀ, ਜਿੰਨੀਆਂ ਵੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਜਥੇਬੰਦੀਆਂ ਹੈਗੀਆਂ, ਕਿਆ ਇਹ ਰਜਿਸਟਰਡ ਬਾਡੀ ਹੈ ਕਿ ਐਫੀਲੀਏਟ ਟੂ ਦਾ ਪੰਜਾਬ ਬਾਰ ਕਾਉਂਸਲ ਨਾਲ ਐਫੀਲੀਏਟ ਹੈ ਜੀ? ਕੀ ਸਰ ਇਹ ਬੜੀ ਗੱਲ ਕਹਿੰਦੇ ਹੋਏ ਵੀ ਆਂਦੀ ਹੈ ਵੀ ਜੋ ਸਾਨੂੰ ਰੂਲ ਦਿੱਤੇ ਗਏ ਨੇ ਉਹਦੇ ਅਕੋਰਡਿੰਗਲੀ ਸਾਡੀ ਹਰ ਬਾਰ ਜਿਹੜੀ ਆ ਸੁਸਾਇਟੀ ਐਕਟ ਦੇ ਵਿੱਚ ਰਜਿਸਟਰਡ ਹੋਣੀ ਨੈਸੈਸਰੀ ਹੈ। ਓਕੇ, ਜਿਹੜੀ ਕਿ ਪੂਰੇ ਪੰਜਾਬ ਤੇ ਹਰਿਆਣੇ ਦੇ ਵਿੱਚ ਜੇ 12 ਦੀ ਕੈਲਕੂਲੇਸ਼ਨ ਕਰੀਏ ਅਪਰੋਕਸੀਮੇਟਲੀ 100 ਤੋਂ ਵੀ ਵੱਧ ਹੋ ਜਾਂਦੀਆਂ ਨੇ। ਠੀਕ ਹੈ ਜੀ। ਤੇ ਜੇ ਉਹਨਾਂ ਤੋਂ ਕੋਈ ਸੀ ਇਨਫੋਰਮੇਸ਼ਨ ਕਲੈਕਟ ਕੀਤੀ ਹੈ ਤੇ ਉਹਦੇ ਵਿੱਚ ਸਿਰਫ ਉਹਨਾਂ ਨੇ 25-12 ਦੇ ਰਜਿਸਟਰਡ ਹੋਣ ਬਾਰੇ ਦੱਸਿਆ, ਜਿਹਦੇ ਤੇ ਬਾਰ ਕੌਂਸਲ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਰਜਿਸਟਰਡ ਮੀਨਸ ਕਿੱਥੇ ਹੋਈਆਂ ਕਿ ਬਾਰ ਪੰਜਾਬ ਹਰਿਆਣਾ ਬਾਰ ਕਾਉਂਸਲ ਤੇ ਰਜਿਸਟਰਡ ਹੈ ਕਿ ਸੋਸਾਇਟੀ ਐਕਟ ਦੇ ਵਿੱਚ ਰਜਿਸਟਰਡ ਹੈ? ਸੋਸਾਇਟੀ ਐਕਟ ਦੇ ਵਿੱਚ ਸਾਡੇ ਬਾਰ ਦੇ ਰੂਲ ਦੇ ਵਿੱਚ ਲਿਖਿਆ ਹੋਇਆ ਵੀ ਇਹ ਜਿਹੜੀ ਸਾਡੀਆਂ ਬਾਰ ਦੀਆਂ ਐਸੋਸੀਏਸ਼ਨਾਂ ਹੈਗੀਆਂ ਉਹ ਰਜਿਸਟਰਡ ਹੋਣੀਆਂ ਅੰਡਰ ਦੀ ਸੋਸਾਇਟੀ ਹੈ। ਅੰਡਰ ਦੀ ਸੋਸਾਇਟੀ ਹੈ। ਓਕੇ ਜੀ। ਤੇ ਲੇਕਿਨ ਉਹਦੇ ਚ ਸਾਰੀਆਂ ਨਹੀਂ ਹੈਗੀਆਂ, ਕੁਝ ਹੈਗੀਆਂ। 25 ਬਾਰ ਓਨਲੀ ਰਜਿਸਟਰਡ ਨੇ, ਜਿਹੜੀ ਇਨਫੋਰਮੇਸ਼ਨ ਮੈਨੂੰ ਇਹਨਾਂ ਨੇ ਥਰੂ ਆਰਟੀਆਈ ਦਿੱਤੀ ਹੈ। ਓਕੇ, ਹੁਣ ਇੱਕ ਹੋਰ ਸਵਾਲ ਹੈ ਜੀ, ਜਿਵੇਂ ਤੁਸੀਂ ਕਹਿ ਰਹੇ ਸੀ ਜਿੰਨੇ ਵੀ 2020 ਦੇ ਵਿੱਚ ਜਿਹੜੀ ਮਾਲ ਪ੍ਰੈਕਟਿਸ ਹੋਈ ਹੈ ਆਰਓ ਕੌਣ ਅਪਾਇੰਟ ਕਰਦਾ ਜੀ? ਹੂ ਇਜ਼ ਦਾ ਕੰਪੀਟੈਂਟ ਅਥਾਰਟੀ ਹੂ ਅਪਾਇੰਟ ਦੀ ਆਰਓਜ਼? ਬੜੀ ਇਹ ਮਾੜੀ ਗੱਲ ਕਹਿ ਨਹੀਂ ਪੈ ਰਹੀ ਹੈ। ਕਿਉਂਕਿ ਵੀ ਆਰਓ ਦਾ ਪ੍ਰੋਸੀਜਰ ਹੁੰਦਾ, ਇੱਕ ਜਨਰਲ ਹਾਊਸ ਹੁੰਦਾ, ਉਹਦੇ ਵਿੱਚ ਇੱਕ ਆਰਓ ਨੇ ਅਪਾਇੰਟ ਹੋਣਾ ਹੁੰਦਾ। ਓਕੇ, ਔਰ ਇੱਥੇ ਜੋ ਸਾਡੇ ਐਕਟ ਦੇ ਵਿੱਚ 1 ਆਰਓ ਲਿਖਿਆ ਵੀ 1 ਆਰਓ ਅਪਾਇੰਟ ਹੋਏਗਾ, ਉਹ ਸਬਸਟੀਟਿਊਟ ਆਪਣੀ ਜਿਹੜੀ ਆ ਕਮੇਟੀ ਬਣਾ ਸਕਦਾ ਇਲੈਕਸ਼ਨ ਕਰਾਉਣ ਲਈ। ਓਕੇ, ਹੁਣ ਜਦੋਂ 2019-20 ਦੇ ਵਿੱਚ ਹੋਈ ਸੀ ਤਾਂ 3 ਆਰਓ ਅਪਾਇੰਟ ਕਰ ਦਿੱਤੇ ਗਏ, ਜਿਹਦੀ ਅਸੀਂ ਆਬਜੈਕਸ਼ਨ ਫਾਈਲ ਕੀਤੇ ਬਾਰ ਕੌਂਸਲ ਦੇ ਵਿੱਚ ਵੀ ਇਹ 3 ਆਰਓ ਲੱਗ ਨਹੀਂ ਸਕਦੇ, ਬਜਾਏ ਉਹਨਾਂ ਨੇ ਉਸ ਨੂੰ ਠੀਕ ਕਰਨ ਦੇ ਉਹਨਾਂ ਨੇ ਸੁਪਰਸੀਡ ਕਰਕੇ ਨਵੇਂ ਉਥੋਂ ਦੀ ਬਣਾ ਕੇ ਭੇਜਦੇ। ਕੋਈ ਉਹਦੇ ਤੇ ਇਹਨਾਂ ਨੇ ਐਕਸ਼ਨ ਨਹੀਂ ਲਿਆ। ਨਹੀਂ, ਮੇਰਾ ਸਵਾਲ ਸੀ ਭਾਟੇ ਸਾਹਿਬ ਕਿ ਜਿਹੜੇ ਆਰਓ ਹੈ ਹੂ ਇਜ਼ ਦੀ ਕੰਪੀਟੈਂਟ ਅਥਾਰਟੀ? ਕਿਆ ਬਾਰ ਕਰਦੀ ਹੈ ਜੀ, ਜਨਰਲ ਹਾਊਸ ਕਰਦਾ ਹੈ? ਜਨਰਲ ਹਾਊਸ ਦੀ ਡਾਇਰੈਕਸ਼ਨ ਆਉਂਦੀ ਹੈ ਜਨਰਲ ਹਾਊਸ ਦਾ ਜਨਰਲ ਹਾਊਸ ਦੀ ਸੁਪਰੀਮ ਹੈ ਐਜ਼ ਪਰ ਕਨਸਟੀਟਿਊਸ਼ਨ ਆਫ ਦੀ ਡਿਸਟ੍ਰਿਕਟ ਬਾਰ। ਜੇ ਅਸੀਂ ਲੁਧਿਆਣਾ ਬਾਰ ਦੀ ਗੱਲ ਕਰੀਏ ਅਪਰੋਕਸੀਮੇਟ ਕਿੰਨੇ ਮੈਂਬਰ ਹੋਣੇ ਜੀ? ਤੁਸੀਂ ਤਾਂ ਦਿਲ ਹੁਣ ਲੱਗੇ ਹੋ ਜੀ, ਤੁਸੀਂ ਪ੍ਰੋਪਰ ਪਟੀਸ਼ਨ ਫਾਈਲ ਕੀਤੀ ਜੇ ਟੋਟਲ ਮੈਂਬਰਸ ਦੀ ਗੱਲ ਕਰੀਏ ਅਪਰੋਕਸੀਮੇਟਲੀ 3500 ਦੇ ਅਪਰੋਕਸੀਮੇਟਲੀ ਹੋਣਗੇ। ਤੇ ਉਹ ਦੇਖੋ ਹੁਣ ਜੇ ਔਰ ਆਰਓ ਪੁਆਇੰਟ ਕਰਨ ਲਈ ਕਿੰਨੀ ਮੈਜੋਰਟੀ ਚਾਹੀਦੀ ਹੈ ਜੀ? ਮੈਂ ਦੱਸਾਂ ਪਹਿਲਾਂ ਟੋਟਲ ਜਿਹੜੇ ਨੰਬਰ ਆਫ ਦੀ ਬਾਰ ਮੈਂਬਰਸ ਹੈਗੇ ਨੇ ਉਹ ਹੈਗੇ ਅਪਰੋਕਸੀਮੇਟਲੀ 3500 ਦੇ ਅਪਰੋਕਸੀਮੇਟਲੀ ਹੈਗੇ ਪਰ ਜਿਹੜੇ ਇਹਦੇ ਵਿੱਚ ਜਿਹੜੇ ਰੈਗੂਲਰ ਪ੍ਰੈਕਟੀਸ਼ਨਰ ਐਡਵੋਕੇਟ ਹੈਗੇ ਨੇ ਉਹ ਅਪਰੋਕਸੀਮੇਟਲੀ 1800 ਤੋਂ 2000 ਹੋਣਗੇ। ਜਿਹੜੇ ਰੈਗੂਲਰ ਮੀਨਸ ਬਾਰ ਦੇ ਵਿੱਚ ਜਿਹੜੇ ਰੈਗੂਲਰ ਬਾਰ ਦੇ ਵਿੱਚ ਪ੍ਰੈਕਟੀਸ਼ਨਰ ਦੇ ਆਰ ਇਨਟੂ ਲਿਟੀਗੇਸ਼ਨ। ਕੋਈ ਜਿਹੜੇ ਐਡਵੋਕੇਟਸ ਨੇ ਕਈ ਓਕੇਜਨਲੀ ਆਉਂਦੇ ਨੇ, ਕਈ ਸਿਰਫ ਡਿਗਰੀ ਲਈ ਆ ਉਹਨਾਂ ਨੇ ਔਰ ਆਪਣੇ ਹੋਰ ਬਿਜ਼ਨਸ ਦੇ ਵਿੱਚ ਉਹ ਇਨਵੋਲਵ ਹੈਗੇ ਨੇ, ਕਰਨ ਉਹ ਕੰਮ, ਸਾਨੂੰ ਉਹਦੇ ਵਿੱਚ ਕੋਈ ਆਬਜੈਕਸ਼ਨ ਨਹੀਂ ਹੈ ਇਸ ਗੱਲ 'ਚ। ਜਿਹੜਾ ਆਰਓ ਅਪਾਇੰਟ ਕਰਨ ਦਾ ਪ੍ਰੋਸੀਜਰ ਹੈ ਵੈਸੇ ਤਾਂ ਜਿਹੜਾ ਸਾਡੇ ਕਨਸਟੀਟਿਊਸ਼ਨ ਦੇ ਮੁਤਾਬਕ ਹੈਗਾ 2/3 ਮੈਜੋਰਟੀ ਚਾਹੀਦੀ ਹੈ ਬਾਹਰ ਦੇ ਵਿੱਚ। ਯਾਨੀ ਜੇ ਤੁਸੀਂ 3500 ਕਹਿ ਰਹੇ ਹੋ, 3500 ਵਿੱਚ 2/3 ਮੀਨਸ ਇਹ ਤਾਂ ਬਹੁਤ ਵੱਡੀ ਇਹ ਬੜੀ ਵੱਡੀ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਇੱਕ ਖਾਮੀ ਹੈ। ਉਹਦੇ ਵਿੱਚ ਸਪੈਸੀਫਿਕਲੀ ਕਿਤੇ ਵੀ ਕਲੀਅਰ ਨਹੀਂ ਕੀਤਾ ਗਿਆ ਵੀ ਕੀ ਪ੍ਰੋਸੀਜਰ ਫੋਲੋ ਕੀਤਾ ਜਾਏਗਾ ਔਰ ਕਿੰਨੀ ਜਿਹੜੀ ਆ ਬੰਦਿਆਂ ਦੀ ਮੰਨੀ ਜਾਏਗੀ ਪ੍ਰੈਜ਼ੈਂਸ ਵੀ, ਜਿਹਦੇ ਬੇਸ ਦੇ ਉੱਤੇ ਕੋਈ ਆਰਡਰ ਜਨਰਲ ਹਾਊਸ ਨੂੰ ਪਾਸ ਕੀਤਾ ਜਾਵੇ। ਜਨਰਲ ਹਾਊਸ ਜਿਵੇਂ ਹੁਣ ਤੁਸੀਂ ਕਹਿੰਦੇ ਕਿ ਜੀ ਜਦੋਂ ਆਰਓ ਪੁਆਇੰਟ ਕਰਨਾ ਜਾਂ 2/3 ਮੈਜੋਰਟੀ ਸ਼ੁੱਡ ਬੀ ਦੇਅਰ, ਜਦੋਂ ਇੰਨੇ ਸਾਲਾਂ ਤੋਂ ਜਦੋਂ ਆਰਓ ਪੁਆਇੰਟ ਹੋ ਰਹੇ ਜੀ, ਕਿਆ ਉਦੋਂ ਇੰਨਾ ਜਿਹੜੀ ਮੈਜੋਰਟੀ ਆ ਜਦੋਂ ਜਨਰਲ ਹਾਊਸ ਕਾਲ ਹੁੰਦਾ? ਪਹਿਲੀ ਗੱਲ ਸਵਾਲ ਹੈ ਜਨਰਲ ਹਾਊਸ ਕਾਲ ਹੁੰਦਾ। ਦੂਜਾ ਸਵਾਲ ਹੈ ਜੀ ਕਿਆ ਇੰਨੀ ਘੱਟ ਜਿੰਨੇ ਵੀ ਮੈਂਬਰਸ ਆ ਉੱਥੇ ਮੌਜੂਦ ਹੁੰਦੇ ਆ ਜਿਹਦੇ ਮੌਜੂਦਗੀ ਦੇ ਵਿੱਚ ਆਰਓ ਪੁਆਇੰਟ ਕੀਤਾ ਜਾਂਦਾ? ਸਰ ਕੋਈ ਵੀ ਜਨਰਲ ਹਾਊਸ ਤੁਸੀਂ ਦੇਖ ਲਓ ਵੀ ਮੇਰੇ ਖਿਆਲ ਹੈ ਵੀ ਅਪਰੋਕਸੀਮੇਟਲੀ 200 ਤੋਂ 300 ਮੈਂਬਰਸ ਤੋਂ ਇਲਾਵਾ ਜ਼ਿਆਦਾ ਮੈਂਬਰ ਨਹੀਂ ਹੁੰਦੇ ਜਨਰਲ ਹਾਊਸ ਦੇ ਵਿੱਚ। ਓਕੇ, ਕਿਉਂ ਨਹੀਂ ਆਉਂਦੇ? ਕਿਉਂਕਿ ਉਹਨਾਂ ਨੂੰ ਇੱਕ ਪਤਾ ਵਾ ਵੀ ਇੱਥੇ ਪਿਛਲੇ ਕਈ ਸਾਲਾਂ ਤੋਂ ਇੱਕ ਪ੍ਰੋਸੀਜਰ ਬਣਿਆ ਹੋਇਆ ਵੀ ਜਿਹੜੀ ਬੈਠੇ ਆ ਰੂਲਿੰਗ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਕੁਝ ਜਿਹੜੇ ਆਪਣੇ ਖਾਸ ਜਿਹੜੇ ਹੁੰਦੇ ਆ ਉਹਨਾਂ ਨੂੰ ਲਿਆ ਕੇ ਅੱਗੇ ਬਿਠਾ ਕੇ ਰੌਲਾ ਪਾ ਕੇ ਇੱਕ ਆਰਓ ਪੁਆਇੰਟ ਕਰ ਦੇਣਾ ਔਰ ਬਿਹਾਈਂਡ ਦੀ ਕਰਟਨ ਆਰਓ ਬਣਾ ਲੈਣਾ। ਬਿਹਾਈਂਡ ਦੀ ਕਰਟਨ ਜਿਵੇਂ ਤੁਸੀਂ ਕਹਿੰਦੇ 200 ਅਪਰੋਕਸੀਮੇਟ ਜਿਹੜੇ ਮੈਂਬਰਸ ਇਕੱਠੇ ਹੁੰਦੇ ਆ ਤੇ ਜਨਰਲ ਹਾਊਸ ਕਾਲ ਕਰ ਦਿੰਦੇ ਆ ਤੇ ਆਰਓ ਪੁਆਇੰਟ। ਕਿਆ ਉਸ ਟਾਈਮ ਕੋਈ ਆਬਜੈਕਸ਼ਨ ਰੇਜ਼ ਨਹੀਂ ਕਰਦਾ ਜੀ? ਜਿਵੇਂ ਤੁਸੀਂ ਅੱਜ ਦੇਖੋ ਲੱਗੇ ਹੋਏ ਆ, ਤੁਸੀਂ ਡੈਡੀਕੇਟਲੀ ਯੂ ਆਰ ਡੂਇੰਗ ਡੈਡੀਕੇਟਲੀ ਫॉर ਦੀ ਵੈਲਫੇਅਰ ਆਫ ਦੀ ਬਾਰ। ਸਾਰਾ ਕੁਝ ਹੁੰਦਾ ਹੈ ਸਰ, ਆਬਜੈਕਸ਼ਨ ਵੀ ਹੁੰਦੇ ਆ। ਕੋਈ ਜਿਹੜੀ ਵੀ ਆਰਓ ਅਪਾਇੰਟ ਕਰਨ ਦੀ ਪ੍ਰੋਸੀਡਿੰਗ ਹੁੰਦੀ ਆ ਅੱਜ ਤੱਕ ਕਿਸੇ ਵੀ ਐਗਜ਼ੀਕਿਊਟਿਵ ਨੇ ਉਹ ਰਿਕਾਰਡ ਨਹੀਂ ਕੀਤੀ ਔਨ ਰਿਕਾਰਡ। ਓਕੇ, ਉਹਦਾ ਕਿਤੇ ਵੀ ਕੋਈ ਰਿਟਨ ਕੋਈ ਉਹਨਾਂ ਦਾ ਏਜੰਡਾ ਨਹੀਂ ਹੈਗਾ, ਕੋਈ ਰੈਜ਼ੋਲੂਸ਼ਨ ਨਹੀਂ ਹੈਗਾ ਉਹਦੇ ਰਿਗਾਰਡਿੰਗ। ਓਕੇ, ਤੇ ਮੇਰਾ ਹੁਣ ਇੱਕ ਹੋਰ ਸਵਾਲ ਹੈ ਭਾਟੇ ਸਾਹਿਬ, ਜਿਹੜਾ ਆਰਓ ਹੈ ਹੁਣ ਜਿਵੇਂ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਬਾਰ ਕੌਂਸਲ ਪੰਜਾਬ ਹਰਿਆਣਾ ਨੇ, ਠੀਕ ਹੈ ਜੀ, 16 ਦਸੰਬਰ ਦੇ ਇਲੈਕਸ਼ਨ ਹੈ ਜੀ ਜਿਹੜੇ ਇਸ ਵਾਰੀ 22 ਦੇ।
ਇਲੈਕਸ਼ਨ ਜਿਹੜੀ ਡੇਟ ਤੋਂ ਕਿੰਨੇ ਦਿਨ ਪਹਿਲਾਂ ਮੀਨਸ ਆਰਓ ਪੁਆਇੰਟ ਕਰਨਾ ਨੈਸੈਸਿਟੀ ਹੈ, ਜ਼ਰੂਰੀ ਹੈ ਜੀ? ਦੇਖੋ ਐਜ਼ ਪਰ ਕਨਸਟੀਟਿਊਸ਼ਨ ਮੁਤਾਬਕ ਤਾਂ ਆਰਓ ਜਿਹੜਾ ਵਾ 30 ਡੇਜ਼ ਪਹਿਲਾਂ ਇਹ ਅਪਾਇੰਟ ਹੋਣਾ ਨੈਸੈਸਰੀ ਹੈ। ਓਕੇ ਜੀ, ਬਿਫੋਰ ਕਿਉਂਕਿ ਉਹਨੇ ਸਾਰਾ ਚਾਰਜ ਲੈਣਾ ਹੈ, ਸਾਰੀ ਉਹਨੇ ਸਕਰੂਟਨਾਈਜ਼ ਕਰਨੀ ਹੈ ਲਿਸਟ। ਰਾਈਟ। ਹੁਣ ਇੱਥੇ ਪ੍ਰੋਸੀਜਰ ਕੀ ਆ ਵੀ ਇੱਕ ਸਕਰੂਟਨਾਈਜ਼ ਲਿਸਟ ਜਿਹੜੀ ਬਣਾ ਕੇ ਉਹ ਐਗਜ਼ੀਕਿਊਟਿਵ ਨੇ ਬਾਰ ਕੌਂਸਲ ਨੂੰ ਦੇਣੀ ਹੈ। ਹੁਣ ਬਾਰ ਕੌਂਸਲ ਨੇ ਪਿਛਲੇ ਟੈਨਿਓਰ ਦੇ ਵਿੱਚ ਕਦੇ ਵੀ ਕਿਤੇ ਵੀ ਕੋਈ ਵੀ ਜਿਹੜੀ ਆ ਆਪਣੀ ਵੋਟਰ ਲਿਸਟ ਸਕਰੂਟਨਾਈਜ਼ ਨਹੀਂ ਕੀਤੀ, ਔਰ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਉੱਤੇ ਇਲੀਗੈਲਿਟੀਜ਼ ਨੇ। ਨਹੀਂ, ਜਿਵੇਂ ਉਹਨੇ ਕਿਹਾ, ਦੇਖੋ ਜੀ, ਇਹਨਾਂ ਨੇ 15/9/2022 ਨੂੰ ਬਾਰ ਦਾ ਕਾਉਂਸਲ ਆਫ ਪੰਜਾਬ ਹਰਿਆਣਾ ਨੇ ਬਾਰ ਕਾਉਂਸਲ ਆਫ ਪੰਜਾਬ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਇਲੈਕਸ਼ਨ ਦਾ। ਜੀ ਠੀਕ ਸਰ। ਹੈ, ਇੱਥੇ ਸਪੈਸੀਫਾਈਡ ਉਹਨਾਂ ਨੇ ਇੱਕ ਰੂਲ ਫਰੇਮ ਕਰਤੇ ਜੀ, ਇਹਦੇ ਤਹਿਤ ਤੁਸੀਂ ਇਲੈਕਸ਼ਨ ਕੰਡਕਟ ਕਰਨੇ ਹੈ। ਯੈਸ ਸਰ। ਤੇ ਦੇਖੋ ਇਹਦੇ ਚ ਇਹਨਾਂ ਨੇ 31/10 ਲਿਖੀ ਹੈ ਜੀ, ਤੇ ਪਹਿਲਾ ਜਿਹੜਾ ਲਿਖਿਆ ਇਹਨਾਂ ਨੇ ਫਾਈਲਿੰਗ ਆਫ ਦੀ ਐਵੀਡੈਂਟ ਅੰਡਰਟੇਕਿੰਗ ਅੰਡਰ ਰੂਲ 6B or 1। ਠੀਕ ਹੈ ਜੀ, ਇਹ ਥੋੜਾ ਜਿਹਾ ਬਚਾਉਂਗਾ, ਤੁਸੀਂ ਦੱਸੋ ਆਪਣੇ ਜਿਹੜੇ ਵੀ ਸਾਡੇ ਵੋਟਰਸ ਆ। 6BI ਜਿਹੜਾ ਸਾਡੇ ਰੂਲ 2015 ਦੇ ਫਰੇਮ ਹੋਇਆ, ਉਹਦੇ ਵਿੱਚ ਸੈਕਸ਼ਨ ਹੈਗਾ 6BI। ਓਕੇ ਜੀ। ਉਹਦੇ ਵਿੱਚ ਹੈਗਾ 1 ਵਾਰ 1 ਵੋਟ। ਓਕੇ, ਯਾਨੀ ਇੱਕ ਜਿਹੜਾ ਵੀ ਕੋਈ ਮੈਂਬਰ, ਸਪੋਜ਼ ਕਰੋ ਨਾਰਮਲ ਹਰ ਸਾਡਾ ਵਕੀਲ ਹਾਈ ਕੋਰਟ ਦੇ ਵੀ ਮੈਂਬਰ ਹੁੰਦਾ, ਕਿਤੇ ਹੋਰ ਵੀ ਕਦੇ ਤਹਿਸੀਲਾਂ ਦੇ ਵਿੱਚ ਵੀ ਮੈਂਬਰ ਹੁੰਦੇ ਆ, ਜਿਹੜੀ ਦੇ ਕੈਨ ਕਾਸਟ देयर ਵੋਟ ਓਨਲੀ 1 ਵਾਰ 1 ਵੋਟ। ਓਕੇ ਜੀ। ਕੋਈ ਵੀ ਪਰਸਨ ਵੱਖ-ਵੱਖ 12 ਦਾ ਮੈਂਬਰ ਹੋ ਸਕਦਾ। ਓਕੇ ਜੀ। ਪਰ ਜਿੱਥੇ ਉਹਨੇ ਵੋਟ ਕਾਸਟ ਕਰਨੀ ਹੈ ਉੱਥੇ ਇੱਕ ਉਹਨੂੰ ਐਫੀਡੇਵਿਟ ਫਾਈਲ ਕਰਨਾ ਪਏਗਾ ਸੈਲਫ ਡਿਕਲੇਰੇਸ਼ਨ ਦਾ, ਜਿਹਦਾ ਪਰਫਾਰਮਾ ਬਾਰ ਕੌਂਸਲ ਵੱਲੋਂ ਅਪਰੂਵਡ ਕੀਤਾ ਗਿਆ। ਉਹ ਪਰਫਾਰਮਾ ਲੱਗਦਾ ਪਰ ਡਿਊਲ ਵੋਟਿੰਗ ਕਿਤੇ ਪੈਂਦੀ ਹੋਵੇਗੀ ਜੀ। ਦੇਖੋ ਬਿਫੋਰ ਇਹ ਜਿਹੜੀ ਨੋਟੀਫਿਕੇਸ਼ਨ ਇਹਨਾਂ ਨੇ ਇਸ਼ੂ ਕੀਤੀ ਹੈ, ਜੋ ਸ਼ਡਿਊਲ ਇਹਨਾਂ ਨੇ ਦਿੱਤਾ ਇਸ ਵਾਰੀ ਕੀਤਾ ਜੀ ਇਹ ਇਸ ਵਾਰੀ ਸ਼ਡਿਊਲ ਕੀਤਾ ਵਾ। ਇਸ ਤੋਂ ਪਹਿਲਾਂ ਕਦੇ ਵੀ ਇਹੋ ਜਿਹਾ ਸ਼ਡਿਊਲ ਕਦੇ ਵੀ ਨਹੀਂ ਆਇਆ। ਹੁਣ ਇਹ ਵੀ ਤਾਂ ਹੋਇਆ ਕਿਉਂਕਿ ਮੇਰੀ ਰਿਪਰੈਜ਼ੈਂਟੇਸ਼ਨਾਂ ਆਲਰੇਡੀ ਮੈਂ ਇਹਨਾਂ ਨੂੰ ਦਿੱਤੀਆਂ ਸੀ ਬਾਰ ਕੌਂਸਲ ਆਫ ਪੰਜਾਬ ਵਾਲਿਆਂ ਨੂੰ, ਰਿਲੇਟਡ ਬੋਗਸ ਵੋਟਸ ਓਕੇ, ਇਲੀਗੈਲਿਟੀਜ਼ ਓਕੇ, ਵਿਦਆਊਟ ਡੈਕਲੇਰੇਸ਼ਨ ਓਕੇ। ਤੇ ਔਰ ਦੇਖੋ ਕੁਝ ਇੱਥੇ ਇਹ ਵੀ ਹੈ ਵੀ ਇੰਨਾ ਮਿਸਗਾਈਡ ਕੀਤਾ ਗਿਆ ਬਈ ਜਿਹੜੇ ਵਕੀਲ ਆਪਣੇ ਇਸ ਬਾਰ ਕੌਂਸਲ ਦੇ ਵਿੱਚ ਐਨਰੋਲ ਨਹੀਂ ਹੈਗੇ, ਪਿਛਲੇ ਕਾਫੀ ਸਮੇਂ ਤੋਂ ਉਹ ਇਸ ਬਾਰ ਦੇ ਵਿੱਚ ਵੋਟਾਂ ਕਾਸਟ ਕਰ ਰਹੇ ਸੀ। ਉਹ ਵਕੀਲਾਂ ਭਰਾਵਾਂ ਨਾਲ ਐਡਾ ਵੱਡਾ ਫਰੋਡ ਕਰ ਰਹੇ ਸੀਗੇ, ਜਿਹੜੇ ਬੰਦੇ ਉਹਨਾਂ ਤੋਂ ਵੋਟ ਕਾਸਟ ਕਰਾ ਰਹੇ ਸੀ ਜਾਂ ਇਹ ਪ੍ਰੋਸੀਜਰ ਫੋਲੋ ਕਰ ਰਹੇ ਸੀ, ਉਹਨਾਂ ਨੂੰ ਇਹ ਪਤਾ ਨਹੀਂ ਵੀ ਇਹ ਲੀਗਲ ਕਿੰਨੀ ਇਹਦਾ ਉਹਨਾਂ ਨੂੰ ਕਨਸੀਕੁਐਂਸਿਸ ਜਿਹੜੇ ਉਹਦੇ ਹੈ ਫੇਸ ਕਰਨੇ ਪੈਣਗੇ। ਓਕੇ। ਹੁਣ ਇੱਕ ਸੈਕਿੰਡ ਇੱਥੇ ਦੇਖੋ ਕਲੌਜ਼ ਲਿਖੀ ਦਿੱਤੀ, ਕਲੀਅਰੈਂਸ ਐਂਡ ਸਬਸਕ੍ਰਿਪਸ਼ਨ ਆਫ ਦਾ ਮੈਂਬਰ ਆਫ ਦਾ ਬਾਰ ਐਸੋਸੀਏਸ਼ਨ। ਠੀਕ ਹੈ ਜੀ, ਇਹ ਹੈਗੀ ਅਪ ਟੂ 31/10/2022। ਜੀ ਸਰ। ਤੇ ਇਹ ਜਿਹੜੀ ਡੇਟ ਲਿਖੀ ਹੈ ਜੀ, ਇਹ ਜਿਹੜੀ ਸਬਸਕ੍ਰਿਪਸ਼ਨ ਦੀ ਜਿਹੜੀ ਹੈਗੀ ਹੈ, ਇਹ ਬਾਰ ਕੌਂਸਲ ਦੇ ਵਿੱਚ ਜਮ੍ਹਾਂ ਕਰਾਉਂਦੀ ਹੈ ਕਿ ਬਾਰ ਐਸੋਸੀਏਸ਼ਨ ਜਿਹੜੀ ਰਿਲੇਟਡ ਬਾਰ ਐਸੋਸੀਏਸ਼ਨ ਉਹਨਾਂ ਵਾਸਤੇ ਜੀ? ਇਹ ਸਰ 31/10 ਦੀ ਉਹਨਾਂ ਨੇ ਦਿੱਤੀ ਹੈ ਲਾਸਟ ਡੇਟ, ਵੀ ਇਸ ਤੋਂ ਬਾਅਦ ਨਾ ਤੁਸੀਂ ਪੈਸੇ ਕਿਸੇ ਦੇ ਜਮ੍ਹਾਂ ਕਰਨੇ ਆ, ਓਕੇ, ਤੇ ਨਾ ਹੀ ਕਿਸੇ ਨੂੰ ਤੁਸੀਂ ਅੱਗੇ ਇਹਨੂੰ ਐਕਸਟੈਂਡ ਕਰ ਸਕਦੇ ਆ। ਅੱਜ ਤੋਂ ਪਹਿਲਾਂ ਬਿਫੋਰ ਦਿਸ ਸ਼ਡਿਊਲ ਇੱਥੇ 3 ਵਾਰੀ 4 ਵਾਰੀ ਡੇਟ ਮੈਕਸਿਮਮ ਇਹਨਾਂ ਨੇ ਵਧਾ ਦੇਣੀ। ਕੋਈ ਡੇਟਾ ਸਾਨੂੰ ਵੀ ਆਹ ਪੈਸੇ ਜਮ੍ਹਾਂ ਕਰਾ ਦਿਓ, ਇਹ ਕਰਾ ਦਿਓ, ਇਹ ਕਰਾ ਦਿਓ। ਇਹ ਤੇ ਲੱਗਦਾ ਤੁਹਾਨੂੰ ਕੰਪਲਾਈਂਸ ਹੋਏਗਾ ਜੀ? ਹੋਣਾ ਚਾਹੀਦਾ ਸਰ। ਸਾਡੀ ਸਬੋਰਡੀਨੇਟ ਬੋਡੀ ਹੈ ਸਰ, ਸਾਡੀ ਹਾਇਰ ਅਥਾਰਟੀ ਹੈ। ਜੇ ਇਹਨੂੰ ਕੰਪਲਾਈਂਸ ਨਹੀਂ ਕਰਦੇ ਤਾਂ ਇਹਦਾ ਮਤਲਬ ਤੇ ਕਿਸੇ ਰੂਲ ਨੂੰ ਨਹੀਂ ਮੰਨਣਗੇ। ਤੀਜਾ ਦੇਖੋ, ਤੀਜਾ ਇਹਦੇ ਚ ਰੂਲ ਇਹਨਾਂ ਦਾ ਲਿਖਿਆ ਜੀ ਕਿ 7/11/22 ਤੱਕ ਅੰਡਰ ਸੈਕਸ਼ਨ 6B(1) ਦੇ ਅਗੇਂਸਟ ਫਿਰ ਵੀ ਆ ਗਏ ਕਿ ਜਿਹੜੀ ਹੈ ਲਿਸਟ ਆਫ ਜਿਹੜੀ ਵੋਟਰਸ ਹੈਗੀਆਂ, ਠੀਕ ਹੈ ਜੀ, ਐਲੀਜੀਬਲ ਵੋਟਰਸ ਹੈ, ਉਹ ਤੁਸੀਂ ਇਹ ਸੈਂਡ ਕਰਨੀ ਹੈ ਜੀ। ਹਾਂ, ਉਹਦੇ ਚ ਇਹਦਾ ਪਰਪਸ ਕੀ ਹੁੰਦਾ? ਉਹਦੇ ਚ ਉਹਨਾਂ ਨੇ ਸਪੈਸੀਫਿਕਲੀ ਕਲੀਅਰ ਕੀਤਾ ਵੀ ਤੁਸੀਂ ਜਿਹੜੀ ਇਹ ਵੋਟਰ ਲਿਸਟ ਬਣਾਣੀ ਹੈ ਉਹਦੇ ਚ ਸੀਰੀਅਲ ਨੰਬਰ ਕਲੀਅਰ ਹੋਣਾ ਚਾਹੀਦਾ, ਓਕੇ, ਐਡਵੋਕੇਟ ਦਾ ਨਾਮ ਸਹੀ ਹੋਣਾ ਚਾਹੀਦਾ, ਓਕੇ, ਫਾਦਰ ਨੇਮ ਹੋਣਾ ਚਾਹੀਦਾ, ਐਨਰੋਲਮੈਂਟ ਨੰਬਰ ਹੋਣਾ ਚਾਹੀਦਾ, ਐਡਰੈਸ ਹੋਣਾ ਚਾਹੀਦਾ, ਮੋਬਾਈਲ ਨੰਬਰ ਹੋਣਾ ਚਾਹੀਦਾ, ਓਕੇ ਜੀ। ਪਲੱਸ ਇਹਦੇ ਨਾਲ ਜਿਹੜਾ 6BI ਦੇ ਵਿੱਚ ਉਹਨੇ ਐਫੀਡੇਵਿਟ ਫਾਈਲ ਕੀਤਾ ਅਲੋਂਗ ਵਿਦ ਸਾਰੀ ਇਨਫੋਰਮੇਸ਼ਨ ਇਨ ਦੀ ਸ਼ੇਪ ਆਫ ਇਲੈਕਸ਼ਨ, ਆਪਣਾ ਇਲੈਕਸ਼ਨ ਜਿਹੜੀ ਆਪਣੀ ਹੋਣੀ ਆ ਉਹਦੇ ਨਾਲ ਇਹ ਬਣਾ ਕੇ 7/11 ਤੱਕ ਤੁਸੀਂ ਸਾਡੇ ਕੋਲ ਇਹ ਕਿਹਨੇ ਭੇਜਣੀ ਜੀ? ਬਾਰ ਐਸੋਸੀਏਸ਼ਨ ਜਿਹੜੀ ਹੈਗੀ, ਜਿਹੜੀਆਂ ਐਗਜ਼ੀਕਿਊਟਿਵ ਨੇ ਭੇਜਣੀ ਹੈ। ਇਹ ਡਿਊਟੀ ਐਗਜ਼ੀਕਿਊਟਿਵ ਦੀ ਹੈ, ਜਿਹੜੀ ਐਗਜ਼ੀਕਿਊਟਿਵ ਕਮੇਟੀ ਹੈ ਸਾਡੀ, ਜਿਹੜੀ ਆਪਣੀ ਡਿਊਟੀ ਤੋਂ ਛੱਡਦੇ ਨੇ, ਆਪਣੀ ਡਿਊਟੀ ਨੂੰ ਪੱਲਾ ਝਾੜਦੇ ਵੀ ਸਾਡੀ ਕੋਈ ਡਿਊਟੀ ਨਹੀਂ ਹੈ। ਇਹ ਸਾਰੀ ਡਿਊਟੀ ਉਹਨਾਂ ਦੀ ਹੈ। ਤੇ ਇੱਕ ਸਵਾਲ ਹੈ, ਦੇਖੋ ਅਸੀਂ ਕਾਫੀ ਜਿਹੜੇ ਕੁਲੀਗਸ ਆ, ਜਿਹੜੇ ਐਫੀਡੇਵਿਟ ਦੀ ਗੱਲ ਆ ਜੀ, ਇਹ ਐਫੀਡੇਵਿਟ ਇਟ ਥਰੂ ਬਾय ਦ ਨੋਟਰਾਈਜ਼ ਹੋਣਾ ਚਾਹੀਦਾ ਕਿ ਸੈਲਫ ਅਟੈਸਟਡ ਹੋਣਾ ਚਾਹੀਦਾ? ਦੇਖੋ ਇਸ ਬਾਰੇ ਸਾਡੀ ਐਗਜ਼ੀਕਿਊਟਿਵ ਨੇ ਅੱਜ ਤੱਕ ਵੀ ਸਾਡੇ ਵਕੀਲ ਭਾਈਚਾਰੇ ਨੂੰ ਇਹ ਕਲੀਅਰ ਨਹੀਂ ਕੀਤਾ ਵੀ ਇਹ ਨੋਟਰਾਈਜ਼ ਹੋਣਾ ਚਾਹੀਦਾ ਹੈ ਜਾਂ ਇਹ ਸੈਲਫ ਡੈਕਲੇਰੇਸ਼ਨ ਚੱਲਣੀ ਹੈ। ਓਕੇ। ਜਿਹੜਾ ਬਾਰ ਕੌਂਸਲ ਵੱਲੋਂ ਪਰਫਾਰਮਾ ਦਿੱਤਾ ਗਿਆ ਉਹਦੇ ਚ ਕਲੀਅਰ ਕੱਟ ਲਿਖਿਆ ਹੋਇਆ ਵੀ ਨੋਟਰਾਈਜ਼ ਹੋਣਾ ਚਾਹੀਦਾ, ਨੋਟਰਾਈਜ਼ ਹੋਣਾ ਚਾਹੀਦਾ ਜਾਂ ਆਥੋਰਾਈਜ਼ਡ ਹੋਣਾ ਚਾਹੀਦਾ।
ਸੈਲਫ ਡੈਕਲੇਰੇਸ਼ਨ। ਨਹੀਂ, ਪਰ ਇੱਥੇ ਕੁਝ ਐਸਾ ਨਹੀਂ ਹੈਗਾ ਮੈਂਸ਼ਨ। ਇਹਦੇ ਨਾਲ ਇਹਨਾਂ ਨੇ ਸ਼ਡਿਊਲ ਦੇ ਨਾਲ ਇੱਕ ਐਫੀਡੇਵਿਟ ਦਿੱਤਾ ਹੋਇਆ ਜੋ ਬਾਰ ਦੇ ਵਿੱਚ ਆ ਚੁੱਕਿਆ ਵਾ। ਅੱਛਾ ਜੀ, ਠੀਕ ਹੈ ਜੀ। ਉਹ ਆਪਣਾ ਸਾਰੇ ਵਕੀਲ ਭਾਈਚਾਰਾ ਆਪਣਾ ਐਫੀਡੇਵਿਟ ਲੈ ਲੈਣ ਤੇ ਅਕੋਰਡਿੰਗਲੀ ਕਰੈਕਟ ਇਨਫੋਰਮੇਸ਼ਨ ਉਹਦੇ 'ਚ ਭਰ ਕੇ ਉਹਨੂੰ ਆਪਣਾ ਸਬਮਿਟ ਕਰਨ। ਹੁਣ ਇੱਕ ਹੋਰ ਆ ਸਰ, ਦੇਖੋ ਇਹਦੇ ਵਿੱਚ ਬੇਸਿਕਲੀ ਗੱਲ ਹੁੰਦੀ ਹੈ ਵੋਟ ਦਾ, ਬੋਗਸ ਵੋਟ ਦਾ। ਠੀਕ ਹੈ ਜੀ, ਜਿਹੜਾ ਮੁੱਦਾ ਹੈਗਾ ਬੜੀ ਦੇਰ ਤੋਂ ਕੰਟਰੋਵਰਸ਼ਲ ਰਹੀ ਹੈ ਜੀ ਕਿ ਜਿਹੜੀ ਵੋਟ ਹੈਗੀ ਹੈ, ਦੇਖੋ ਜਿਹੜਾ ਐਡਵੋਕੇਟ ਦੈਟ ਮੀਨਸ ਦੇ ਆਰ ਐਲੀਜੀਬਲ ਟੂ ਕਾਸਟ ਦਾ ਵੋਟ। ਠੀਕ ਹੈ ਜੀ। ਪ੍ਰੋਬਲਮ ਕਿੱਥੇ ਆਉਂਦੀ ਹੈ ਜੀ, ਜਿੱਥੇ ਜਦੋਂ ਤੁਸੀਂ ਇੱਕ ਵਾਰ ਇੱਕ ਵੋਟ, ਜਿਹੜੀ ਟੈਕਸ ਦੀ ਵੋਟਸ ਨੂੰ ਇੱਕ ਸਵਾਲ ਹੈ ਜੀ, ਉਹ ਕਿਵੇਂ ਕੰਸੀਡਰ ਕਰਦੇ ਹੋ ਤੁਸੀਂ? ਸਰ ਬੜਾ ਵਧੀਆ ਤੁਸੀਂ ਇਹ ਸਵਾਲ ਪੁੱਛਿਆ। ਬੜੀ ਹੈਰਾਨੀ ਵੀ ਹੁੰਦੀ ਹੈ ਵੀ ਲਾ ਨੂੰ ਬਿਲਕੁਲ ਛਿੱਕੇ ਟੰਗ ਦੀਏ ਤੇ ਆਪਾਂ ਜੋ ਮਰਜ਼ੀ ਕਰ ਲਈਏ, ਇੱਥੇ ਕੋਈ ਪੁੱਛਣ ਵਾਲਾ ਨਹੀਂ ਹੈ। ਬੜੀ ਹੈਰਾਨੀ ਹੁੰਦੀ ਹੈ ਵੀ ਇਹ ਸਾਨੂੰ ਸਾਡੇ ਸੀਨੀਅਰ ਕੀ ਸਿਸਟਮ ਸਾਨੂੰ ਦੇ ਕੇ ਜਾਣਗੇ ਔਰ ਕੀ ਸਿਖਾ ਕੇ ਜਾ ਰਹੇ ਨੇ ਸਾਨੂੰ। ਹਾਂਜੀ, ਦੇਖੋ ਸਾਰੇ ਜਾਣਦੇ ਆ ਵੀ ਟੈਕਸੇਸ਼ਨ ਬਾਰ ਨੂੰ ਦੀ ਆਪਣੀ ਇੱਕ ਅਲੱਗ ਬਾਰ ਹੈਗੀ, ਉਹਨਾਂ ਦੀ ਅਲੱਗ ਬਾਰ ਹੈ, ਉਹਨਾਂ ਦੀ ਬਾਰ ਅਲੱਗ ਹੈ। ਉੱਥੇ ਪ੍ਰੈਜ਼ੀਡੈਂਟ, ਸੈਕਟਰੀ, ਜੁਆਇੰਟ ਸੈਕਟਰੀ, ਫਾਈਨਾਂਸ ਸੈਕਟਰੀ, ਸਾਰੀ ਉਹਨਾਂ ਦੀ 11 ਮੈਂਬਰੀ ਐਗਜ਼ੀਕਿਊਟਿਵ ਹੈਗੀ। ਉਹ ਵੀ ਸੇਮ ਔਰ ਮੋਰਓਵਰ ਸਰ, ਹਾਂਜੀ ਹਾਂਜੀ, ਉਹ ਬਾਰ ਰਜਿਸਟਰਡ ਹੈ ਅੰਡਰ ਦੀ ਸੁਸਾਇਟੀ ਐਕਟ। ਅੱਛਾ ਜੀ। ਔਰ ਬਾਰ ਕੌਂਸਲ ਦੇ ਕੋਲੇ ਐਨਰੋਲਡ ਹੈ। ਤੇ ਫਿਰ ਉਹ ਦੇਖੋ ਜਿਵੇਂ ਹੁਣ ਇਹ ਚੀਜ਼ ਆ ਗਈ। ਹਾਂਜੀ, 2014-15 ਦੇ ਵਿੱਚ ਜਦੋਂ ਉਹਨਾਂ ਨੇ ਆਪਣੀ ਬਾਰ ਦੇ ਵਿੱਚ VOTING ਹੁੰਦੀ ਤੇ ਸਾਡੇ ਇੱਥੇ ਇੱਕ ਰੈਜੂਲੇਸ਼ਨ ਪਾਇਆ ਗਿਆ ਸੀਗਾ ਪ੍ਰਧਾਨ ਵੱਲੋਂ ਜੀ। ਉਹਨਾਂ ਨੇ ਉਹਨਾਂ ਦਾ VOTING ਰਾਈਟ ਕਰਟੇਲ ਕੀਤਾ ਸੀ। ਓਕੇ ਜੀ। ਔਰ ਵੀ ਕਿਉਂਕਿ ਤੁਹਾਡੀ ਅਲੱਗ ਬਾਰ ਹੈ ਤੇ ਤੁਹਾਡਾ ਇੱਧਰ ਕੋਈ ਕੰਸਰਨ ਨਹੀਂ ਹੈ ਤੁਹਾਡੀ VOTING। ਰੀਜ਼ਨ ਇਹ ਸੀ ਕਿ ਅਲੱਗ ਬਾਰ ਹੈ ਤੇ ਵਨ ਬਾਰ ਵਨ ਵੋਟ ਦੇ ਫਾਰਮੂਲੇ ਦੇ ਉੱਤੇ ਐਸ ਪਰ ਬਾਰ ਕਾਉਂਸਲ ਰੂਲ, ਐਸ ਪਰ ਰੂਲ 2015। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਹਾਂਜੀ। ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਨੇ ਇੱਕ ਸਿਵਲ ਸੂਟ ਫਾਈਲ ਕਰ ਦਿੱਤਾ ਡੈਕਲੇਰੇਸ਼ਨ ਦਾ। ਓਕੇ ਜੀ। ਜਿਹੜਾ ਸਟਿਲ ਹਜੇ ਤੱਕ ਪੈਂਡਿੰਗ। ਔਰ ਕਿਸੇ ਵੀ ਕੋਰਟ ਦੇ ਨੇ ਉਹਨਾਂ ਨੂੰ ਵੋਟ ਕਾਸਟ ਕਰਨ ਲਈ ਰਾਈਟ ਨਹੀਂ ਦਿੱਤਾ। ਉਹਨਾਂ ਦਾ VOTING ਰਾਈਟ ਕਰਟੇਲ ਕੀਤਾ। ਈਵਨ ਕਿ ਉਹਨਾਂ ਨੇ ਆਰਡਰ 39 ਰੂਲ 1 ਐਂਡ 2 ਦੀ ਐਪਲੀਕੇਸ਼ਨ ਮੂਵ ਕੀਤੀ ਸੀ, ਲੋਅਰ ਕੋਰਟ ਨੇ ਡਿਸਮਿਸ ਕੀਤੀ, ਮੈਡਮ ਕੋਮਲ ਤੰਜਨ ਨੇ। ਓਕੇ ਜੀ। ਫਿਰ ਉਹਨਾਂ ਨੇ ਅਪੀਲ ਫਾਈਲ ਕੀਤੀ ਸ਼੍ਰੀ ਦਿਨੇਸ਼ ਕੁਮਾਰ ਜੀ ਦੇ। ਓਕੇ। ਉਸ ਕੋਰਟ ਦੇ ਵਿੱਚ ਉਹਨਾਂ ਨੇ ਬੀਇੰਗ ਏ ਮੈਂਬਰ ਚੰਦਾ ਜਮ੍ਹਾਂ ਕਰਾਉਣ ਲਈ ਇਹਨਾਂ ਨੂੰ ਰਾਈਟ ਦਿੱਤਾ ਸੀ। ਓਕੇ ਜੀ। VOTING ਰਾਈਟ ਕਰਟੇਲ ਕੀਤਾ ਸੀ। ਓਕੇ। ਉਹਦੇ ਅਗੇਂਸਟ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਪਾਈ। ਓਕੇ। ਹਾਈ ਕੋਰਟ ਦੇ ਵਿੱਚ ਸਟਿਲ ਅੱਜ ਤੱਕ ਕਿਤੇ ਵੀ VOTING ਰਾਈਟ ਤੇ ਇਹਨਾਂ ਨੂੰ ਕੋਈ ਰਾਈਟ ਨਹੀਂ ਦਿੱਤਾ ਗਿਆ ਵੀ ਤਾਂ ਕਿ ਇਹ ਵੋਟ ਕਾਸਟ ਕਰਨ। ਹੁਣ ਯੋਗੇਸ਼ ਜੀ ਸਿਰਫ ਇੰਨਾ ਹੀ ਨਹੀਂ, ਹਾਂਜੀ, 2019-20 ਦੇ ਵਿੱਚ ਜਦੋਂ ਇਲੈਕਸ਼ਨ ਕੰਟੈਸਟ ਕੀਤੀ ਮੈਂ, VOTING ਜਿਹੜੀ ਸੀ ਸਾਡੇ ਬਾਰ ਦੇ ਨੁਮਾਇੰਦਿਆਂ ਵੱਲੋਂ, ਈਵਨ ਕਿ ਕੁਝ ਬਾਰ ਕੌਂਸਲ ਦੇ ਮੈਂਬਰ ਵੀ ਵਿੱਚ ਇਨਵੋਲਵ ਨੇ ਜਿਨ੍ਹਾਂ ਨੇ ਉਹਨਾਂ ਦੀ ਵੋਟ ਜ਼ਬਰਦਸਤੀ ਇੱਥੇ ਉਹਨਾਂ ਨੇ ਵੋਟ ਕਾਸਟ ਕਰਾਈ, ਜਦ ਕਿ ਕੋਰਟ ਦੇ ਵਿੱਚ ਸਿਵਲ ਸੂਟ ਪੈਂਡਿੰਗ ਸੀ। ਔਰ ਸਿਵਲ ਸੂਟ ਦੇ ਵਿੱਚ ਉਹ ਵਕੀਲ ਸਾਹਿਬ ਖੁਦ ਉਹਨਾਂ ਦੇ ਕੌਂਸਲ ਰਹੇ ਨੇ। ਔਰ ਈਵਨ ਕਿ ਉਹਨਾਂ ਨੇ ਟੈਕਸ ਦੇ ਵਿੱਚ ਜਾ ਕੇ ਸਪੀਚ ਦਿੱਤੀ ਵੀ ਪੂਰੇ ਪੰਜਾਬ ਦੇ ਵਿੱਚ ਟੈਕਸ ਦੀਆਂ ਵੋਟਾਂ ਕਿਤੇ ਨਹੀਂ ਪੈਂਦੀਆਂ, ਸਿਰਫ ਮੈਂ ਹੀ ਇੱਕ ਐਸਾ ਵਕੀਲ ਆ ਜਿਹਨੇ ਤੁਹਾਡੀਆਂ ਟੈਕਸ ਦੀਆਂ ਵੋਟਾਂ ਕਾਸਟ ਕਰਾਈਆਂ। ਇਹ ਤੁਸੀਂ ਆਪਣੀ ਪਟੀਸ਼ਨ ਦੇ ਵਿੱਚ ਬਕਾਇਦਾ ਮੈਂਸ਼ਨ ਕੀਤਾ। ਇਹ ਸਾਰੀ ਗਰਾਊਂਡਸ ਮੈਂ ਆਪਣੀ ਪਟੀਸ਼ਨ ਦੇ ਵਿੱਚ ਸਾਰੀ ਫੋਟੋਗ੍ਰਾਫ, ਵੀਡੀਓਗ੍ਰਾਫੀ ਔਰ ਜਿਹੜੀ ਸਪੀਚ ਹੈ, ਜੇ ਕਿਸੇ ਸਾਡੇ ਮੈਂਬਰ ਨੇ ਦਿੱਤੀ ਜਿਨ੍ਹਾਂ ਨੇ ਵੋਟ ਕਾਸਟ ਕਰਾਈ ਹੈ, ਉਹਨਾਂ ਦੀ ਮੈਂ ਔਨ ਰਿਕਾਰਡ ਆਪਣੀ ਇਲੈਕਸ਼ਨ ਪਟੀਸ਼ਨ ਦੇ ਵਿੱਚ ਐਵੀਡੈਂਸ ਦੇ ਵਿੱਚ ਮੈਂ ਇਹ ਚੀਜ਼ਾਂ ਸਾਰੀਆਂ ਦਿੱਤੀਆਂ। ਹੁਣ ਇੱਥੇ ਹੀ ਨਹੀਂ ਬਸ ਸਰ, ਇੰਨੀ ਨਹੀਂ ਰੁਕੀ ਗੱਲ ਇੱਥੇ ਵੀ ਨੈਕਸਟ ਈਅਰ ਫਿਰ 2021 ਦੇ ਵਿੱਚ ਜਦੋਂ ਦੁਬਾਰਾ ਇਲੈਕਸ਼ਨ ਹੋਈ, ਉਹਦੇ ਵਿੱਚ ਫਿਰ ਇਹਨਾਂ ਨੇ ਬਾਰ ਕੌਂਸਲ, ਇਹਨਾਂ ਨੇ ਟੈਕਸੇਸ਼ਨ ਬਾਰ ਵਾਲਿਆਂ ਨੂੰ ਵਿੱਚ ਬੀਇੰਗ ਏ ਮੈਂ ਵੋਟਰ, ਇਹਨਾਂ ਨੂੰ ਵਿੱਚ ਇਹਨਾਂ ਨੇ ਵੋਟਰ ਲਿਸਟ ਦੇ ਵਿੱਚ ਰੱਖ ਲਿਆ। ਔਰ ਮੈਂ ਇਹਦੇ ਅਗੇਂਸਟ ਇੱਕ ਹਾਈ ਕੋਰਟ ਦੇ ਵਿੱਚ ਰਿਟ ਲਗਾਈਆਂ, ਜਿਹਦੇ ਵਿੱਚ ਉਹ ਜਾ ਕੇ ਜਨਵਰੀ 2022 ਦੇ ਵਿੱਚ ਉਹ ਜਾ ਕੇ ਡਿਸਾਈਡ ਹੋਈ। ਔਰ ਕੋਰਟ ਨੇ ਡਾਇਰੈਕਸ਼ਨ ਕੀਤੀ ਇਹਨਾਂ ਨੂੰ ਵੀ ਮੈਕੈਨਿਜ਼ਮ ਬਣਾਇਆ ਜਾਵੇ। ਓਕੇ। ਔਰ ਉਹ ਮੈਕੈਨਿਜ਼ਮ ਨਹੀਂ ਇਹਨਾਂ ਨੇ ਬਣਾਇਆ ਕੋਈ ਬਾਰ ਕੌਂਸਲ ਵਾਲਿਆਂ ਨੇ, ਤੇ ਮੈਂ ਉਸ ਆਰਡਰ ਦੇ ਅਗੇਂਸਟ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਉਹ ਪਟੀਸ਼ਨ ਮੈਂ ਫਾਈਲ ਕੀਤੀ ਇਹਨਾਂ ਦੇ ਇਲੀਗੈਲਿਟੀਜ਼ ਦੇ ਨਾਲ, ਇਰਰੈਗੂਲੈਰਿਟੀਜ਼ ਦੇ ਨਾਲ, ਔਰ ਜਿਹੜੀ ਇਨਵੈਲਿਡ ਲਿਸਟ ਦੇ ਬੇਸ ਦੇ ਉੱਤੇ ਇਹਨਾਂ ਨੇ ਵੋਟ ਕਾਸਟ ਕਰਾਈਆਂ ਨੇ, ਇਲੈਕਸ਼ਨ ਕਰਵਾਈ ਹੈ, ਉਹ ਸਟਿਲ ਪੈਂਡਿੰਗ ਹੈਗੀ ਹੈ ਮੇਰੀ ਸੁਪਰੀਮ ਕੋਰਟ ਦੇ ਵਿੱਚ। ਅੱਛਾ ਜੀ। ਨੋਟਿਸ ਆਫ ਮੋਸ਼ਨ ਆਲਰੇਡੀ ਇਹਨਾਂ ਨੂੰ ਹੋਇਆ all the concerned parties, ਈਵਨ ਕਿ ਬਾਰ ਕੌਂਸਲ ਨੂੰ, ਪ੍ਰਧਾਨ ਜੀ ਨੂੰ, ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੂੰ, ਟੈਕਸੇਸ਼ਨ ਬਾਰ ਐਸੋਸੀਏਸ਼ਨ ਨੂੰ, ਔਰ ਜਿਹੜੇ 3 RO ਸੀਗੇ ਜਿਨ੍ਹਾਂ ਨੇ ਲਾਸਟ ਈਅਰ ਇਲੈਕਸ਼ਨ ਕੰਡਕਟ ਕੀਤੀ ਸੀਗੀ, ਉਹਨਾਂ ਨੂੰ ਨੋਟਿਸ ਆਫ ਮੋਸ਼ਨ ਹੋਇਆ ਔਰ ਸਾਰੇ ਬੰਦੇ ਉਹਦੇ ਚ ਪ੍ਰੈਜ਼ੈਂਟ ਹੋ ਚੁੱਕੇ ਨੇ। ਜਿਨ੍ਹਾਂ ਨੇ ਰਿਪਲਾਈ ਆਪਣਾ ਫਾਈਲ ਕਰਨਾ ਸੀ ਉਹ ਰਿਪਲਾਈ ਫਾਈਲ ਕਰ ਚੁੱਕੇ। ਮੈਟਰ ਸਬ ਜੁਡਾਈਜ਼ ਹੈ। ਓਕੇ।
ਬੇਸਿਕਲੀ ਦੇਖੋ ਜਿਹੜਾ ਵੀ ਐਡਵੋਕੇਟ ਹੈ ਵੈਦਰ ਦੇ ਆਰ ਪ੍ਰੈਕਟਿਸਿੰਗ ਇਨਟੂ ਦੀ ਟੈਕਸੇਸ਼ਨ ਸਾਈਡ ਔਰ ਦਾ ਦਿਸ ਲਿਟੀਗੇਸ਼ਨ ਸਾਈਡ ਦੇ ਆਲ ਆਰ ਸੇਮ ਫੈਮਿਲੀ ਹੁੱਡ ਹੈ ਸਾਡਾ, ਠੀਕ ਹੈ ਜੀ। ਹੁਣ ਕੰਸਰਨ ਇਹ ਆਉਂਦਾ ਜੀ ਕਿ ਜਿਹੜੀ ਵੋਟ ਜਿਹੜੀ ਹੈਗੀ ਉਹ ਰਾਈਟ ਲੈਪਸ ਨਾ ਹੋਵੇ ਕਿਸੇ ਦਾ, ਨੰਬਰ 1। ਨੰਬਰ 2 ਜਿਹੜਾ ਐਫੀਡੇਵਿਟ ਹੈ, ਕਿਆ ਐਫੀਡੇਵਿਟ ਸਾਰੇ ਤੇ ਲਾਗੂ ਹੋਊਗਾ ਜੀ? ਦੇਖੋ ਐਫੀਡੇਵਿਟ ਕੌਣ ਦੇ ਸਕਦਾ ਹੈ? ਜਿਹੜਾ ਬੰਦਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਵਿੱਚ ਰੈਗੂਲਰ ਪ੍ਰੈਕਟੀਸ਼ਨਰ ਹੈ, ਓਕੇ ਜੀ, ਐਨਰੋਲਡ ਹੈ। ਨਹੀਂ ਉਹਨਾਂ ਨੇ ਦੇਖੋ ਬਾਰ ਕਾਉਂਸਲ ਨੇ ਇਹ ਨਹੀਂ ਲਿਖਿਆ ਕਿ ਹਾਂ ਵੀ ਦਾ ਪਰਸਨ ਐਡਵੋਕੇਟ ਸ਼ੁੱਡ ਬੀ ਪ੍ਰੈਕਟੀਸ਼ਨ ਇਨ ਦੀ ਪਾਰਟਿਕੂਲਰ ਜਿਹੜੀ ਬਾਰ ਦੇ ਵਿੱਚ ਹੋਵੇ ਜੀ। ਉਹ ਜਿਹੜਾ ਵੀ ਮੈਂਬਰ ਸਾਡਾ ਬਾਰ ਦਾ ਮੈਂਬਰ ਹੈ ਦੇ ਆਰ ਐਲੀਜੀਬਲ ਟੂ ਫਾਈਲ ਕਨਸਟੀਟਿਊਸ਼ਨ ਆਫ ਡੀਬੀਏ ਪ੍ਰੋਵਾਈਡ ਕਰਦਾ। ਹਾਂਜੀ, ਜਿਹੜਾ ਬੰਦਾ ਸਾਡੀ ਬਾਰ ਦੇ ਵਿੱਚ ਮੈਂਬਰ ਹੈ, ਹਾਂਜੀ, ਐਨਰੋਲਡ ਹੈ, ਹਾਂਜੀ, ਜਿਹੜਾ ਇੱਥੇ ਰੈਗੂਲਰ ਪ੍ਰੈਕਟੀਸ਼ਨਰ ਹੈ, ਠੀਕ ਹੈ, ਜਿਹੜਾ ਕਿਸੇ ਹੋਰ ਬਿਜ਼ਨਸ ਦੇ ਵਿੱਚ ਇੰਡਲਜ ਨਹੀਂ ਹੈਗਾ, ਓਕੇ, ਉਹ ਇਹ ਐਫੀਡੇਵਿਟ ਨੂੰ ਫਾਈਲ ਕਰ ਸਕਦਾ, ਓਕੇ, ਔਰ ਇੱਥੇ ਵੋਟ ਕਾਸਟ ਕਰ ਸਕਦਾ, ਠੀਕ ਹੈ ਜੀ। ਔਰ ਮੈਂ ਬੀਇੰਗ ਏ ਮੈਂਬਰ, ਹਾਂਜੀ, ਕੋਈ ਵੀ ਸਾਡੀ ਬਾਰ ਦੇ ਵਿੱਚ ਕੋਈ ਵੀ ਮੈਂਬਰ ਹੋ ਸਕਦਾ, ਕੋਈ ਵੀ ਹੋ ਸਕਦਾ ਹੈ, ਪਰ VOTING ਰਾਈਟ ਸਿਰਫ ਉਹਨੂੰ ਮਿਲਣਾ ਹੈ, ਹਾਂਜੀ, ਉਹਨੂੰ ਪ੍ਰੋਵਾਈਡ ਹੋਣਾ ਹੈ ਜਿਹਨੇ ਐਜ਼ ਪਰ ਰੂਲ ਨੋਰਮਸ ਜਿਹੜੀਆਂ ਫੁੱਲਫਿਲ ਕੀਤੀਆਂ ਹੋਣਗੀਆਂ, ਉਹਨਾਂ ਨੂੰ VOTING ਰਾਈਟ ਮਿਲੂਗਾ। ਔਰ ਮੋਰਓਵਰ ਜਿਹੜੀ ਇਹ ਡਿਸੀਜਨ ਜਿਹੜਾ ਹੈਗਾ, ਜਿਹੜੇ ਇਹ ਡਿਸੀਜਨ ਇਲੈਕਸ਼ਨ ਤੋਂ ਪਹਿਲਾਂ ਡਿਸਾਈਡ ਹੋਣੇ ਚਾਹੀਦੇ ਆ ਵੀ ਆਈਦਰ ਟੈਕਸੇਸ਼ਨ ਬਾਰ ਨੇ ਵੋਟ ਕਾਸਟ ਕਰਨੀ ਹੈ ਕਿ ਨਹੀਂ ਕਰਨੀ ਹੈ। ਆਈਦਰ ਜਿਹੜੇ ਬਿਜ਼ਨਸ ਕਰਦੇ ਆ ਜਾਂ ਕਿਸੇ ਹੋਰ ਬਿਜ਼ਨਸ ਦੇ ਵਿੱਚ ਇੰਡਲਜ ਹੈਗੇ ਆ ਵੀ ਉਹਨਾਂ ਨੂੰ VOTING ਰਾਈਟ ਮਿਲਣਾ ਹੈ ਜਾਂ ਨਹੀਂ ਮਿਲਣਾ। ਔਰ ਇਹਦੇ 'ਚ ਇੱਕ ਹੋਰ ਬੜਾ ਵੱਡਾ ਇਸ਼ੂ ਹੈ, ਬੜੀ ਮਹਿਸੂਸ ਹੁੰਦਾ ਵੀ ਯਾਰ ਸਾਡੇ ਵਕੀਲ ਭਰਾਵਾਂ ਦਾ VOTING ਰਾਈਟ ਕਰਟੇਲ ਹੋ ਗਿਆ ਕਿਉਂਕਿ ਉਹਨਾਂ ਨੂੰ ਕਿਸੇ ਨੇ ਗਾਈਡ ਨਹੀਂ ਕੀਤਾ। ਹੈ ਤਾਂ ਸਾਡੇ ਕੁਲੀਗ ਭਾਈ, ਹੈ ਤਾਂ ਸਾਰੇ ਕੁਲੀਗ ਨੇ ਸਾਡੀ ਕਿਤੇ ਦੇਖੋ ਰਾਈਵਲਰੀ ਨਹੀਂ ਹੈ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਬਿਲਕੁਲ ਬਿਲਕੁਲ ਬਿਲਕੁਲ, ਇਟ ਇਜ਼ ਅ ਮੈਟਰ ਆਫ ਵਿਚਾਰਧਾਰਾ। ਬਿਲਕੁਲ ਬਿਲਕੁਲ। ਇਹ ਸਿਰਫ ਸਰ ਜਿਹੜੀ ਚੀਜ਼ ਅਸੀਂ ਕਰ ਰਹੇ ਹਾਂ ਵੀ ਇਹਦੀ ਇਲੀਗੈਲਿਟੀਜ਼ ਨਾ ਕਰਨ, ਕਿਉਂਕਿ ਉਹ ਇਹਦੇ ਕਨਸੀਕੁਐਂਸਿਸ ਬੜੇ ਮਾੜੇ ਨੇ। ਕਿਉਂਕਿ ਇਹ ਸਮਝਣ ਦੀ ਲੋੜ ਹੈ ਵੀ ਮੈਂ ਇੱਕ ਵੋਟ ਕਾਸਟ ਨਹੀਂ ਕਰ ਸਕਦਾ ਤੇ ਮੈਂ ਕਰ ਰਿਹਾ ਤਾਂ ਇਟ ਮੀਨਸ ਉਹ ਬੋਗਸ ਵੋਟ ਹੈ। ਇਟ ਮੀਨਸ ਵੀ ਮੈਂ ਇੱਕ ਇਨਪਰਸੋਨੇਸ਼ਨ ਕਰ ਰਹੇ ਹਾਂ ਵੀ ਵਕੀਲ ਬਣ ਕੇ ਵੋਟ ਕਾਸਟ ਕਰ ਰਹੇ, ਕਿਉਂਕਿ ਸਾਡੀ ਬਾਰ ਦੇ ਵਿੱਚ ਡਿਸਟ੍ਰਿਕਟ ਬਾਰ ਕੌਂਸਲ ਪੰਜਾਬ ਹਰਿਆਣਾ ਵਿੱਚ ਉਹ ਲੋੜ ਨਹੀਂ ਹੈ। ਮੇਰਾ ਹੁਣ ਇੱਕ ਬੜਾ ਇੱਕ ਮੇਨ ਸਵਾਲ ਹੈ ਜੀ, ਦੇਖੋ ਤੁਸੀਂ ਵੀ ਇਲੈਕਸ਼ਨ ਕੰਟੈਸਟ ਕੀਤੇ ਹੈ, ਠੀਕ ਹੈ ਜੀ, ਸੈਕਟਰੀ ਦਾ ਕੀਤਾ, ਦੈਨ ਮੈਨੂੰ ਯਾਦ ਤੁਸੀਂ ਫਾਈਨਾਂਸ ਸੈਕਟਰੀ ਵਾਸਤੇ ਵੀ ਆਏ ਸੀਗੇ ਤੇ ਔਰ ਸੈਕੰਡਲੀ ਤੁਸੀਂ ਕਾਫੀ ਜਿਹੜੇ ਤੁਹਾਡੇ ਕੁਲੀਗਸ ਆ ਸਟਰੋਂਗ ਸਪੋਰਟਰ ਵੀ ਰਹੇ ਹੋ ਵਿਨਿੰਗ ਕੈਂਡੀਡੇਟਸ ਦੇ, ਠੀਕ ਹੈ ਜੀ, 2-3 ਵਾਰੀ। ਜਨਰਲ ਹਾਊਸ ਜਿਹੜਾ ਹੈਗਾ ਜੀ, ਜਿਹੜਾ ਜਨਰਲ ਹਾਊਸ ਦਾ ਮੁੱਦਾ ਜਿਵੇਂ ਆਰਓ ਆਪਾਂ ਸ਼ੁਰੂ ਕੀਤਾ ਸੀ, ਆਰਓ ਕੌਣ ਪਾਰਟੀ ਕਰਦਾ? ਜਨਰਲ ਹਾਊਸ ਇਜ਼ ਦਾ ਸੁਪਰੀਮ। ਕਿਆ ਰੂਟੀਨ ਦੇ ਵਿੱਚ ਜਨਰਲ ਹਾਊਸ ਹੁੰਦੇ ਜੀ ਜਦੋਂ ਵੀ ਐਗਜ਼ੈਕਟਿਵ ਹੁੰਦੀ ਹੈ? ਪਿਛਲੇ 10 ਸਾਲਾਂ ਚ ਕਿੰਨੇ ਜਨਰਲ ਹਾਊਸ ਹੋ ਗਏ? 2011 ਦੀ ਗੱਲ ਕਰੀਏ ਅਸੀਂ ਜੇ ਸਰ, ਪਿਛਲੇ 2 ਸਾਲ ਦੇ ਵਿੱਚੋਂ ਇੱਕ ਵੀ ਜਨਰਲ ਹਾਊਸ ਨਹੀਂ ਹੋਇਆ। ਔਰ ਪਿਛਲੇ ਤੁਸੀਂ 2011 ਤੋਂ ਕਹਿ ਰਹੇ ਹੋ, ਕਦੇ ਵੀ ਬਣਨ ਤੋਂ ਪਹਿਲਾਂ ਬੜੇ ਵਾਅਦੇ ਕੀਤੇ ਜਾਂਦੇ ਵੀ ਅਸੀਂ ਹਰ ਮਹੀਨੇ ਜਨਰਲ ਹਾਊਸ ਕਰਾਂਗੇ ਜੀ, 3 ਮਹੀਨੇ ਬਾਅਦ ਹਿਸਾਬ ਦੇਵਾਂਗੇ ਜੀ, ਸਾਰੇ ਦੀ ਆਡਿਟ ਰਿਪੋਰਟਾਂ ਬਣਾਵਾਂਗੇ ਜੀ, ਕਲੀਨਨੈਸ ਹੋਏਗੀ ਜੀ, ਡਰਿੰਕਿੰਗ ਹੋਏਗੀ ਜੀ, ਬਿਲਡਿੰਗ ਅਸੀਂ ਜੁਆਇਨ ਕਰਾ ਦੇਵਾਂਗੇ ਜੀ। ਬੜੇ ਝੂਠੇ ਸੱਚੇ ਵਾਅਦੇ ਕੀਤੇ ਇਹਨਾਂ ਨੇ। ਜਨਰਲ ਹਾਊਸ ਕਦੀ ਵੀ ਰਹੇ ਨਹੀਂ, ਕਨਵੀਨ ਨਹੀਂ ਹੋਇਆ ਜੀ, ਕਦੇ ਵੀ ਜਨਰਲ ਹਾਊਸ ਪ੍ਰੋਪਰ ਇਹਨਾਂ ਨੇ ਕਦੇ ਕਨਵੀਨ ਨਹੀਂ ਕੀਤਾ। ਔਰ ਕਿਉਂ ਨਹੀਂ ਕੀਤਾ ਇਹ ਉਹੀ ਫੈਕਟਰ ਦੱਸ ਸਕਦੇ ਆ ਵੀ ਕਿਉਂ ਨਹੀਂ ਉਹ ਕਨਵੀਨ ਕਰਦੇ। ਅਸੀਂ ਰਿਕੁਐਸਟ ਕਰਾਂਗੇ ਜੀ ਐਗਜ਼ੈਕਟਿਵ ਨੂੰ ਜ਼ਰੂਰ ਭਾਟੀ ਸਾਹਿਬ ਦੀ ਜਿਹੜੀ ਆਵਾਜ਼ ਹੈ ਸੁਣੋ ਜੀ। ਜਨਰਲ ਹਾਊਸ ਸ਼ੁੱਡ ਬੀ ਕਾਲਡ, ਠੀਕ ਹੈ ਜੀ, ਆਰਓ ਵਾਸਤੇ। ਇੱਕ ਇਹ ਦੇਖੋ ਬਾਰ ਕਾਉਂਸਲ ਨੇ ਇੱਕ ਬੜੀ ਅੱਛੀ ਚੀਜ਼ ਲਿਖੀ ਹੈ ਜੀ ਕਿ ਪੇਪਰਲੈਸ ਗ੍ਰੀਨ ਕੈਂਪੇਨ। ਆਈ ਰੀਅਲੀ ਐਪਰੀਸ਼ੀਏਟ ਦਿਸ ਟਾਈਮ ਇਨ ਦਾ ਬਾਰ ਕਾਉਂਸਲ, ਠੀਕ ਹੈ। ਜਿਹੜੇ ਸਾਡੇ ਚੇਅਰਮੈਨ ਹੈ ਜੀ ਸੁਵੀਰ ਸਿੱਧੂ ਜੀ, ਇਜ਼ ਸੋ ਯੰਗ ਪਰਸਨ। ਇਹ ਦੇਖੋ ਕੁਝ ਜਿਹੜੀ ਚੀਜ਼ਾਂ ਹੁੰਦੀਆਂ ਇਹ ਮੈਟਰ ਕਰਦੀ ਹੈ ਤੁਹਾਡੇ ਹਿਸਾਬ ਨਾਲ। ਪੇਪਰਲੈਸ ਗ੍ਰੀਨ ਕੈਂਪੇਨ ਦਾ ਤੁਸੀਂ ਕੀ ਇਸ ਚੀਜ਼ ਨੂੰ ਲੈਂਦੇ ਹੋ? ਸਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਬਹੁਤ ਅੱਛੀ ਜਿਹੜੀ ਇਹਨਾਂ ਨੇ ਇਸ ਵਾਰੀ ਇਹ ਜਿਹੜਾ ਸ਼ਡਿਊਲ ਦਿੱਤਾ ਵਾ, ਹਾਂਜੀ, ਇਹਦੇ ਵਿੱਚ ਬਹੁਤ ਕੁਝ ਉਹਨਾਂ ਨੇ ਆਪਣੇ ਵੱਲੋਂ ਅੱਛਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹਨੂੰ ਕੰਪਲਾਈ ਕਰਨਾ ਜ਼ਰੂਰੀ ਹੈ। ਕੌਣ ਕਰੇਗਾ? ਇਹ ਸਾਡੀ ਐਗਜ਼ੈਕਟਿਵ ਦੀ ਡਿਊਟੀ ਹੈ, ਔਰ ਜਿਹੜੇ ਆਰਓ ਪੁਆਇੰਟ ਹੁੰਦੇ ਆ ਇਹਨੂੰ ਕੰਪਲਾਈ ਕਰਾਉਣਾ ਉਹਨਾਂ ਦੀ ਡਿਊਟੀ ਹੈ। ਔਰ ਜੇ ਉਹ ਆਪਣੀ ਡਿਊਟੀ ਨਹੀਂ ਸਹੀ ਕਰਦੇ ਤਾਂ ਉਹਨਾਂ ਦੇ ਖਿਲਾਫ ਸਟ੍ਰਿਕਟ ਐਕਸ਼ਨ ਵੀ ਹੋਣਾ ਚਾਹੀਦਾ। ਦੇਖੋ ਹੁਣ ਸਪੋਜ਼ ਕਰੋ ਬਾਰ ਕਾਉਂਸਲ ਨੇ ਇੱਕ ਰੂਲਸ ਫਰੇਮ ਕਰਤੇ, ਨੋਟੀਫਿਕੇਸ਼ਨ ਜਾਰੀ ਕਰਤਾ, ਗਰਾਊਂਡ ਦੇ ਵਿੱਚ ਜਿਹੜੀ ਐਗਜ਼ੀਕਿਊਸ਼ਨ ਹੈ ਹਰ ਐਸੋਸੀਏਸ਼ਨ ਬਾਰ ਦੇ ਵਿੱਚ, ਉਹ ਕੌਣ ਕਰੇਗਾ ਜੀ? ਕੌਣ ਕਰਵਾਏਗਾ? ਦੋ ਚੀਜ਼ਾਂ ਸਰ, ਠੀਕ ਹੈ ਨਾ। ਵੈਦਰ ਦੇ ਆਰ ਜਿਹੜੇ ਸਾਡੇ ਮੈਂਬਰਸ ਹੈ ਉਹ ਜਿਹੜੇ ਹੈਗੇ ਆ ਉਹ ਕਰਾਣਗੇ ਜਾਂ ਕਿ ਜਿਹੜੇ ਐਗਜ਼ੈਕਟਿਵ ਕਰਾਣਗੇ ਜੀ? ਇਹ ਜਿਹੜੀ ਹੈਗੀ ਆ ਆਰਓ ਦੀ ਤੇ ਆਰਓ ਦੀ ਟੀਮ ਦੀ ਡਿਊਟੀ ਬਣਦੀ ਹੈ ਵੀ ਜਿਹੜੀ ਇਹ ਇਲੈਕਸ਼ਨ ਹੈ ਐਜ਼ ਪਰ ਰੂਲ ਹੋਵੇ, ਐਜ਼ ਪਰ ਨੋਟੀਫਿਕੇਸ਼ਨ ਹੋਵੇ। ਜੋ ਸ਼ਡਿਊਲ ਬਾਰ ਕੌਂਸਲ ਨੇ ਦਿੱਤਾ ਸਾਨੂੰ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ, ਉਹਦੇ ਅਧੀਨ ਸਾਨੂੰ ਕੰਮ ਕਰਨਾ ਚਾਹੀਦਾ ਹੈ। ਇਹ ਜੇ ਨਈ ਡਿਊਟੀ ਆਪਣੀ ਪਰਫਾਰਮ ਕਰਦੇ ਤਾਂ ਬਾਰ ਕੌਂਸਲ ਨੂੰ ਉਹਨਾਂ ਦੀ ਅਕਾਊਂਟੇਬਿਲਟੀ ਜ਼ਰੂਰ ਫਿਕਸ ਕਰਨੀ ਚਾਹੀਦੀ ਹੈ। ਕਿਉਂ?
ਜੇ ਉਹ ਬਾਰ ਕੌਂਸਲ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਨਹੀਂ ਕਰਦੇ ਤਾਂ ਫਿਰ ਉਹ ਕਿਸੇ ਵੀ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਨਹੀਂ ਕਰਨਗੇ। ਲੇਕਿਨ ਦੇਖੋ ਇਹ ਇੱਕ ਚੀਜ਼ ਸਵਾਲ ਤੁਹਾਡਾ ਇਹ ਸੀਗਾ ਵੀ ਇਹ ਪੇਪਰਲੈਸ ਗ੍ਰੀਨ Paperless ਇਹਨਾਂ ਨੇ ਹਾਂਜੀ, ਕੰਪੇਨ ਦਾ ਕੀਤਾ ਹੈ, ਬਹੁਤ ਵਧੀਆ ਹੈਗੀ ਹੈ ਗੱਲ। ਜਿਹੜੇ ਪ੍ਰੈਕਟੀਸ਼ਨਰ ਵਕੀਲ ਨੇ ਉਹ ਸਾਰੇ ਵਕੀਲ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ। ਉਹ ਬਿਲਕੁਲ ਰਾਈਟ। ਠੀਕ ਹੈ ਜੀ, ਉਹਦੇ ਲਈ ਕੋਈ ਵੀ ਪੇਪਰ ਕੰਪੇਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਅਸੀਂ ਇੱਥੇ ਡਿਬੇਟਸ ਹੋਣੀਆਂ ਚਾਹੀਦੀਆਂ ਨੇ, ਹਰੇਕ ਬੰਦੇ ਦੀ ਗੱਲ ਸੁਣਨੀ ਚਾਹੀਦੀ ਹੈ ਵੀ ਕੀ ਅਸੀਂ ਜਿਸ ਬੰਦੇ ਨੂੰ ਚੁਣਨ ਜਾ ਰਹੇ ਹਾਂ ਵੀ ਉਹ ਸਾਡੀ ਬਾਰ ਨੂੰ ਰਿਪਰੈਜ਼ੈਂਟ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ। ਬਿਲਕੁਲ ਜੀ। ਔਰ ਸੈਕੰਡਲੀ ਮੈਂ ਹੁਣ ਸਾਡੀ ਜਿਹੜੀ ਬਿਲਡਿੰਗ ਹੈ ਜੀ, ਅਸੀਂ ਦੇਖਿਆ ਜੀ ਹੁਣ ਵੱਡੇ ਵੱਡੇ ਬੈਨਰ ਹੁਣੇ ਲੱਗਣ ਲੱਗ ਗਏ ਜੀ, ਯਾਨੀ ਫੈਸਟੀਵਲ ਦੇ ਬੈਨਰਸ ਹੈਗੇ ਜੀ, ਜਸਟ ਟੂ ਇਨਡਾਇਰੈਕਟ ਵੇ ਨਾ ਪੋਲੀਟੀਕਲ ਬੈਨਰ ਆਪਾਂ ਮੰਨਾਂਗੇ ਜੀ, ਜਿਹੜੀ ਕੈਂਪੇਨ ਹੈਗੀ ਹੈ ਜੀ। ਇਹ ਇੱਕ ਸਰ ਪ੍ਰੋਸੀਜਰ ਚੱਲਿਆ ਜਾ ਰਿਹਾ ਵੀ ਇਹਨੂੰ ਚੇਂਜ ਕਰਨਾ ਚਾਹੀਦਾ ਹੈ, ਚੇਂਜ ਕਰਨਾ ਚਾਹੀਦਾ ਹੈ। ਕਿਉਂ ਨਹੀਂ ਹੋਣਾ ਚਾਹੀਦਾ? ਇਹੋ ਜਿਹਾ ਸਿਸਟਮ ਨਹੀਂ ਹੋਣਾ ਚਾਹੀਦਾ ਵੀ ਐਡੇ ਐਡੇ ਵੱਡੇ ਬੈਨਰਾਂ ਨਾਲ ਕੋਈ ਫਰਕ ਨਹੀਂ ਪੈਣਾ। ਉਹ ਤਾਂ ਲੋੜ ਪੈਂਦੀ ਹੈ, ਕਈ ਬੰਦੇ ਬਾਹਰ ਦੇ ਵਿੱਚ ਆਉਂਦੇ ਜਿਨ੍ਹਾਂ ਨੇ ਸਾਰਾ ਸਾਲ ਬਾਹਰ ਦੇ ਵਿੱਚ ਕੋਈ ਐਕਟੀਵਿਟੀ ਨਹੀਂ ਕੀਤੀ ਹੁੰਦੀ, ਓਕੇ, ਉਹ ਆ ਜਾਂਦੇ ਆ ਤੇ ਉਹ ਆਪਣੇ ਆਪ ਨੂੰ ਸ਼ੋਅ ਆਫ ਕਰਦੇ ਆ ਵੱਡੇ ਵੱਡੇ ਬੋਰਡ ਲਗਾ ਕੇ ਵੀ ਲਓ ਜੀ ਮੈਂ ਬਾਹਰ ਦੇ ਵਿੱਚ ਫਲਾਨੀ ਪੋਸਟ ਦੇ ਉੱਤੇ ਖੜ ਗਿਆ ਤੇ ਵੀ ਮੈਨੂੰ ਤੁਸੀਂ ਕੰਸੀਡਰ ਕਰੋ। ਤੇ ਮੇਰਾ ਹੁਣ ਇੱਕ ਸਵਾਲ ਹੈ ਜੀ ਬੜਾ, ਕਿਆ ਤੁਸੀਂ ਇਸ ਵਾਰ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰੋਗੇ? ਕਿਆ ਤੁਹਾਡਾ ਵਿਚਾਰ ਬਣਦਾ ਪਿਆ ਵਾ? ਦੇਖੋ ਮੈਂ ਜੇ ਇਲੈਕਸ਼ਨ ਸਮੁੰਦਰ 'ਚ ਜਦੋਂ ਦੇਖੋ ਸਮੁੰਦਰ ਦੀ ਗਹਿਰਾਈ ਉਹਦੇ ਵਿੱਚ ਕਹਿੰਦੇ ਛਾਲ ਮਾਰ ਕੇ ਹੀ ਨਾਪੀ ਜਾਂਦੀ। ਤੁਸੀਂ ਹੁਣ ਜਿਵੇਂ ਪਹਿਲਾਂ ਕੰਟੈਸਟ ਲੜਿਆ ਸੀ 2020 ਦੇ ਵਿੱਚ, ਦੈਨ ਯੂ ਫਾਈਂਡ ਕਿ ਕੁਝ ਇਰੈਗੂਲਰਿਟੀਜ਼ ਚੱਲਦੀਆਂ ਪਈਆਂ ਜੀ, ਕੁਝ ਬੋਗਸ ਵੋਟਸ ਹੋ ਰਹੀਆਂ, ਕੁਝ ਪ੍ਰੋਪਰ ਐਗਜ਼ੀਕਿਊਸ਼ਨ ਨਹੀਂ ਹੋ ਰਹੀ, ਜਿਹੜੀਆਂ ਰੂਲ ਬਣਾਏ ਜਾਂਦੇ ਆ, ਤੁਸੀਂ ਉਹਨਾਂ ਨੂੰ ਅਵੇਅਰ ਕੀਤਾ। ਠੀਕ ਹੈ ਜੀ, ਪੂਰੀ ਬਾਰ ਨੂੰ ਜਿਹੜਾ ਫਾਇਦਾ ਹੋਏਗਾ ਪੂਰੀ ਆਲ ਓਵਰ ਪੰਜਾਬ ਹਰਿਆਣਾ ਦੇ ਜਿੰਨੇ ਵੀ ਬਾਰਸ ਉਹਨਾਂ ਨੂੰ ਹੋਏਗਾ ਜੀ। ਬਿਲਕੁਲ ਹੋਏਗਾ। ਤੇ ਇਹਦੇ ਵਿੱਚ ਕਿਆ ਤੁਸੀਂ ਇਸ ਵਾਰ ਹੈ ਤੁਸੀਂ ਕਿ ਅਵੇਅਰ ਇਨਡਾਇਰੈਕਟ ਨਾ ਜਾਓਗੇ ਕਿ ਡਾਇਰੈਕਟ ਵੇ ਨਾ ਜਾਓਗੇ? ਦੇਖੋ ਮੈਂ ਇਹਦੇ ਵਿੱਚ ਡਾਇਰੈਕਟ ਵੇ ਨਾਲ ਸਰ ਪਾਰਟਿਸਿਪੇਟ ਕਰੂੰਗਾ, ਵੈਰੀ ਗੁੱਡ। ਕਿਉਂਕਿ ਜੇ ਇਹ ਰੂਲ ਫਰੇਮ ਹੋਏ ਨੇ, ਸ਼ੈਡਿਊਲ ਦਿੱਤਾ ਗਿਆ, ਤੇ ਜੇ ਇਹ ਸ਼ੈਡਿਊਲ ਦੇ ਅਕੋਰਡਿੰਗਲੀ ਵਰਕ ਨਹੀਂ ਹੋਏਗਾ ਜਾਂ ਰੂਲ ਨੂੰ ਸੁਪਰਸੀਡ ਕੀਤਾ ਜਾਏਗਾ ਜਾਂ ਇਗਨੋਰ ਕੀਤਾ ਜਾਏਗਾ ਤਾਂ ਮੈਂ ਉਹਦੇ ਲਈ ਆਵਾਜ਼ ਜ਼ਰੂਰ ਉਠਾਊਂਗਾ। ਔਰ ਉਹਦੇ ਲਈ ਚਾਹੇ ਮੈਨੂੰ ਕੰਟੈਸਟ ਕਰਨਾ ਪਵੇ, ਚਾਹੇ ਮੈਨੂੰ ਡਾਇਰੈਕਟਲੀ ਔਰ ਇਨਡਾਇਰੈਕਟਲੀ ਕਰਨਾ ਪਵੇ, ਉਹ ਮੈਂ ਜ਼ਰੂਰ ਕਰਾਂਗਾ। ਮੈਂ ਪਾਟੇ ਸਾਹਿਬ ਤੁਹਾਡੀ ਦੇਖੋ ਬਹੁਤ ਅੱਛਾ ਜੀ, ਤੁਸੀਂ ਬੜੇ ਐਕਟਿਵਲੀ ਪ੍ਰੋਗਰੈਸਿਵ ਮਾਈਂਡ ਨਾਲ ਲੱਗੇ ਹੋਏ ਜੀ, ਤੇ ਮੈਂ ਤੁਹਾਨੂੰ ਆਪਣਾ ਸ਼ੁਭ ਕਾਮਨਾ ਦਿੰਦਾ ਜੀ। ਤੇ ਮੈਂ ਰਿਕੁਐਸਟ ਕਰਾਂਗਾ ਜਿੰਨੇ ਵੀ ਸਾਡੇ ਪੋਟੈਂਸ਼ੀਅਲ ਜਿਹੜੇ ਵੋਟਰਸ ਹੈ ਜੀ, ਜਿਹੜੇ ਹੁਣ ਜਿਨ੍ਹਾਂ ਨੇ 16 ਦਸੰਬਰ ਵੋਟ ਪਾਣੇ, ਜਿਹੜੇ ਨਵੇਂ ਐਨਰੋਲਡ ਆਉਂਦੇ ਆ, ਤੁਸੀਂ ਉਹਨਾਂ ਨੂੰ ਕਿਆ ਮੈਸੇਜ ਦੇਣਾ ਚਾਹੁੰਦੇ ਹੋ ਤੇ ਕਿਆ ਸੁਨੇਹਾ ਦੋਗੇ ਜੀ? ਮੈਂ ਸਭ ਨੂੰ ਇਹੀ ਗੱਲ ਕਹਿਣਾ ਚਾਹੂੰਗਾ ਵੀ ਸਾਰੇ ਜਿਹੜੇ ਬਾਰ ਕੌਂਸਲ ਦੇ ਬਣਾਏ ਹੋਏ ਰੂਲਾਂ ਨੂੰ ਫੋਲੋ ਕਰੋ। ਜੋ ਬਾਰ ਕੌਂਸਲ ਨੇ ਸ਼ਡਿਊਲ ਦਿੱਤਾ, ਜੋ ਉਹਨਾਂ ਦੀ ਇੰਸਟਰਕਸ਼ਨ ਹੈਗੇ ਆ, ਉਹਦੇ ਇੰਸਟਰਕਸ਼ਨ ਦੇ ਅਕੋਰਡਿੰਗਲੀ ਪ੍ਰੋਸੀਜਰ ਫੋਲੋ ਕਰੋ ਸਾਰੇ। ਜੋ ਉਹਨਾਂ ਨੇ ਐਫੀਡੇਵਿਟ ਫਾਈਲ ਕਰਨ ਲਈ ਕਿਹਾ ਉਹ ਫਾਈਲ ਕਰੋ ਉਹਦਾ ਐਫੀਡੇਵਿਟ ਆਪਣਾ। ਉਹਦੇ ਨਾਲ ਇਹ ਹੋਏਗਾ ਵੀ ਇੱਕ ਜਿਹੜੀ ਹੈ ਇਲੈਕਸ਼ਨ ਜਿਹੜੀ ਹੈ ਉਹ ਟਰਾਂਸਪੇਰੈਂਟ ਐਂਡ ਫੇਅਰਨੈਸ ਨਾਲ ਇਲੈਕਸ਼ਨ ਹੋ ਸਕੇਗੀ, ਕਿਉਂਕਿ ਕਿਸੇ ਵੀ ਡਿਜ਼ਰਵਿੰਗ ਕੈਂਡੀਡੇਟ ਦਾ ਰਾਈਟ ਡਿਫੀਟ ਨਹੀਂ ਹੋਣਾ ਚਾਹੀਦਾ। ਇੱਥੇ ਇਲੀਗਲ ਐਕਟੀਵਿਟੀਜ਼ ਨਹੀਂ ਹੋਣੀਆਂ ਚਾਹੀਦੀਆਂ। ਸਾਡੀ ਜਿਹੜੀ ਬੋਡੀ ਹੈਗੀ ਹੈ ਬਹੁਤ ਹਾਈ ਕੁਆਲੀਫਾਈਡ ਬੋਡੀ ਹੈ। ਐਫੀਡੇਵਿਟ ਕੋਈ ਹੋਊਗਾ ਨਹੀਂ ਹੈ, ਡਰ ਨਹੀਂ ਹੈ, ਇਹ ਰਾਈਟ ਹੈ ਤੁਹਾਡਾ। ਰਾਈਟ ਐਫੀਡੇਵਿਟ ਸਾਡਾ ਰਾਈਟ ਹੈ ਔਰ ਅਸੀਂ ਆਪਣੀ ਇੱਕ ਕਰੈਕਟ ਇਨਫੋਰਮੇਸ਼ਨ ਬਾਹਰ ਨੂੰ ਦੇ ਰਹੇ ਹਾਂ ਵੀ ਆਹ ਮੇਰੀ ਇਨਫੋਰਮੇਸ਼ਨ ਹੈਗੀ ਆ, ਜਿਹਦੇ ਨਾਲ ਇਹ ਹੋਊਗਾ ਵੀ ਬੋਗਸ VOTING ਦੇ ਉੱਤੇ ਕੁਝ ਨਾ ਕੁਝ ਜ਼ਰੂਰ ਰੋਕ ਲੱਗੇਗੀ। ਔਰ ਜਿਹੜਾ ਬੰਦਾ ਇਲੀਗਲ ਮੋਟਿਵ ਲੈ ਕੇ ਕੋਈ ਬੰਦਾ ਆ ਰਿਹਾ ਬਾਰ ਦੇ ਵਿੱਚ, ਉਹਦੇ ਤੇ ਠੱਲ ਪਾਈ ਜਾ ਸਕੇ। ਓਕੇ, ਮੈਂ ਦੋਸਤੋ ਬਹੁਤ ਧੰਨਵਾਦ ਕਰਦਾ ਜੀ। ਭਾਟੇ ਸਾਹਿਬ ਦਾ ਬੜੇ ਅੱਛੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਜੀ, ਵਿਭਾਗ ਰੱਖੇ ਜੀ। ਔਰ ਸਾਰਿਆਂ ਨੂੰ ਰਿਕੁਐਸਟ ਕਰਦਾ, ਇਫ ਯੂ ਆਲ ਪੀਪਲ ਆਰ ਔਰ ਦਾ ਪੋਟੈਂਸ਼ੀਅਲ ਪੁਲਿਸ ਜਿਹੜੇ ਸਾਡੇ ਹੈਗੇ ਆ ਪੂਰੇ ਪੰਜਾਬ ਹਰਿਆਣਾ ਦੇ ਜਿਹੜੇ ਵੀ ਵਰਕ ਕਰ ਰਹੇ ਜੀ, ਜੇ ਭਾਟੀ ਸਾਹਿਬ ਦੀ ਗੱਲਾਂ ਨਾਲ ਤੁਸੀਂ ਸਹਿਮਤ ਹੋ, ਕਾਈਂਡਲੀ ਵੋਟ ਸਪੋਰਟ ਐਂਡ ਇਹਨਾਂ ਦੀ ਗੱਲ ਨੂੰ ਅੱਗੇ ਵੱਧ ਤੋਂ ਵੱਧ ਇਹਨਾਂ ਨੂੰ ਸ਼ੇਅਰ ਕਰੋ ਜੀ। ਸੋ ਨਹੀਂ, ਥੈਂਕ ਯੂ ਵੈਰੀ ਮਚ। ਜੈ ਹਿੰਦ।